ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਸਾਡੇ ਸਾਰੇ ਬੰਦੇ ਚੜ੍ਹਦੀ ਕਲਾ 'ਚ ਹੋਣਗੇ, ਤੰਦਰੁਸਤ ਹੋਣਗੇ। ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ। ਕੁਝ ਗੱਲਾਂ, ਕੁਝ ਸਵਾਲ ਉਠਾਏ ਜਾ ਰਹੇ ਸੀ, ਕੁਝ ਗੱਲਾਂ ਕਰਨੀਆਂ ਤੁਹਾਡੇ ਲਈ ਬੜੀਆਂ ਜਾਣਨੀਆਂ ਬੜੀਆਂ ਜ਼ਰੂਰੀ ਸੀ। ਇਸ ਲਈ ਰੂਬਰੂ ਹੋਇਆ ਕਿਉਂਕਿ ਕਈ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਵੀ ਹੁੰਦਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਆਪਸ 'ਚ ਮਿਸਅੰਡਰਸਟੈਂਡਿੰਗ, ਕੋਈ ਗਲਤਫਹਿਮੀ ਜਾਂ ਕੁਛ ਇਹੋ ਜਿਹੀ ਗੱਲ ਦੇ ਅਸੀਂ ਸ਼ਿਕਾਰ ਨਾ ਹੋਈਏ ਜਿਹੜੀ ਗੱਲ ਐਗਜ਼ਿਸਟ ਹੀ ਨਹੀਂ ਕਰਦੀ, ਪਰ ਉਹ ਹਵਾ 'ਚ ਫਿਰਦੀ ਰਹਿੰਦੀ ਆ ਕਿਉਂਕਿ ਲੋਕਾਂ ਵੱਲੋਂ ਉਹ ਗੱਲ ਕਹੀ ਜਾਂਦੀ ਆ, ਜਾਂ ਤਾਂ ਉਹਨਾਂ ਦੇ ਜੈਨੂਇਨ ਕੰਸਰਨਸ ਹੁੰਦੇ ਆ ਜਾਂ ਉਹਨਾਂ ਦਾ ਸਵਾਲ ਹੁੰਦਾ, ਅਤੇ ਇਸੇ ਕਰਕੇ ਉਸ ਸਵਾਲ ਦਾ ਜਵਾਬ ਦੇਣਾ। ਮੈਂ 1 ਮਿੰਟ ਈਅਰਪੋਡਸ ਵੀ ਲਾ ਲੈਣਾ, ਇਸ ਕਰਕੇ ਸੰਗਤ ਦੇ ਜਿਹੜੇ ਸਵਾਲ ਆ ਆਪਾਂ ਸਿੱਧੇ ਮੁੱਦੇ ਤੇ ਆਉਣੇ ਆ, ਬਾਹਲਾ ਟਾਈਮ ਇੱਧਰ ਉੱਧਰ ਗੱਲ ਕਰਕੇ ਵੇਸਟ ਨਹੀਂ ਕਰਦੇ। ਪਹਿਲਾ ਸਵਾਲ ਸੰਗਤ ਦਾ ਇਹ ਆ ਵੀ ਤੁਸੀਂ ਸਟੇਟਮੈਂਟ ਦਿੱਤੀ ਗਲਤ ਟਾਈਮ ਤੇ, ਮੈਂ ਗਲਤ ਜਗ੍ਹਾ ਤੇ ਸੀ। ਜਦੋਂ ਲਾਲ ਕਿਲੇ ਦੀ ਮੇਰਾ ਕੇਸ ਚੱਲਿਆ ਉਹਦੇ 'ਚ ਮੇਰੇ ਵਕੀਲ ਨੇ ਇੱਕ ਸਟੇਟਮੈਂਟ ਦਿੱਤੀ, ਉਹ ਗੱਲ ਵਿਚਾਰੀ ਜਾਣੀ ਚਾਹੀਦੀ ਆ। ਇਹ ਤੁਹਾਡਾ ਜੈਨੂਇਨ ਸਵਾਲ ਆ। ਜਿਹੜੀ ਗੱਲ ਉੱਥੇ ਇਹ ਕਹੀ ਗਈ ਵੀ ਮੇਰੇ ਤੇ ਕੇਸ ਪਿਆ 307 ਦਾ, ਮੇਰੇ ਤੇ ਕੇਸ ਪਿਆ 144 ਜਿਹੜੀ ਅਨਲੌਫੁਲ ਅਸੈਂਬਲੀ ਕਹਿੰਦੇ ਆ ਜਿਹਨੂੰ, ਮੇਰੇ ਤੇ ਕੇਸ ਪਿਆ 120B ਕ੍ਰਿਮੀਨਲ ਕੌਨਸਪੀਰੇਸੀ ਕੀਤੀ, ਮੇਰੇ ਤੇ ਕੇਸ ਪਿਆ ਜਿਹੜਾ ਆਰਮਜ਼ ਐਕਟ ਵੀ ਇਹ ਹਥਿਆਰ ਕੈਰੀ ਕਰ ਰਿਹਾ ਸੀ। ਹੁਣ ਜਦੋਂ ਆਪਣਾ ਵਕੀਲ ਜਿਰਾ ਕਰ ਰਿਹਾ, ਬਹਿਸ ਕਰ ਰਿਹਾ ਕੋਰਟ 'ਚ, ਉਹਨੇ ਇੱਕੋ ਹੀ ਸਵਾਲ ਪੁੱਛਿਆ ਵੀ ਤੁਸੀਂ ਇਹ ਸਾਰੇ ਸੈਕਸ਼ਨ ਇਹਦੇ ਤੇ ਲਾ ਤਾਂ ਦਿੱਤੇ, ਹੋਰ ਬੜੇ ਸੈਕਸ਼ਨ ਸੀ ਪਰ ਮੈਂ ਤੁਹਾਨੂੰ ਮੇਨ ਸੈਕਸ਼ਨ ਦੱਸ ਰਿਹਾ। 307 ਹੁੰਦਾ ਅਟੈਂਪਟ ਟੂ ਮਰਡਰ, ਤੁਸੀਂ ਇਹ ਸਾਰੇ ਸੈਕਸ਼ਨ ਇਹਦੇ ਤੇ ਲਾ ਤਾਂ ਦਿੱਤੇ, ਪਰ ਤੁਸੀਂ ਕੋਈ ਐਵੀਡੈਂਸ ਪ੍ਰਾਈਮਾ ਫਸਾਏ ਔਨ ਦਾ ਫੇਸ ਆਫ ਇਟ, ਕੋਈ ਐਵੀਡੈਂਸ ਸਾਨੂੰ ਦਿਖਾ ਸਕਦੇ ਹੋ ਵੀ ਇਹ 307 'ਚ ਕਿਤੇ ਅਟੈਂਪਟ ਟੂ ਮਰਡਰ, ਕਿਸੇ ਨੂੰ ਮਾਰਨ ਵਾਸਤੇ ਇਹਨੇ ਕੋਈ ਕਦਮ ਚੱਕੇ ਹੋਣ ਜਾਂ ਉੱਥੇ ਕੋਈ ਐਕਟ ਕੀਤਾ ਹੋਵੇ, ਜਾਂ ਇਹਨੇ ਕਿਸੇ ਤਰ੍ਹਾਂ ਕੋਈ ਕੌਨਸਪੀਰੇਸੀ ਕੀਤੀ ਹੋਵੇ, ਜਾਂ ਇਹ ਆਰਮਜ਼ ਐਕਟ ਦੇ ਅੰਡਰ ਤੁਸੀਂ ਇਹਨੂੰ ਬੁੱਕ ਕੀਤਾ ਹੋਇਆ ਹਥਿਆਰ ਕੈਰੀ ਕਰ ਰਿਹਾ ਹੋਵੇ, ਜਾਂ ਇਹ 144 ਜਿਹੜੀ ਅਨਲੌਫੁਲ ਅਸੈਂਬਲੀ ਹੈ ਜਿਹਨੇ ਵਾਇਲੈਂਸ ਕੀਤਾ ਉਹਦਾ ਪਾਰਟ ਹੋਵੇ, ਕਿਉਂਕਿ ਉਹਨਾਂ ਨੇ ਇਹ ਸਾਰੇ ਸੈਕਸ਼ਨ ਤਾਂ ਝੂਠੇ ਹੀ ਲਾਏ ਸੀ ਨਾ, ਕੋਈ ਉਹਨਾਂ ਕੋਲੇ ਐਵੀਡੈਂਸ ਤਾਂ ਸੀ ਨਹੀਂ। ਜਦੋਂ ਇਹ ਸਵਾਲ ਕੀਤਾ ਗਿਆ ਤਾਂ ਨਾਲ ਦਲੀਲ ਇਹ ਵੀ ਦਿੱਤੀ ਗਈ, ਔਰ ਉਹਨੇ ਫਸਟ ਪਰਸਨ 'ਚ ਦਲੀਲ ਦਿੱਤੀ। ਜਦੋਂ ਵਕੀਲ ਕੋਈ ਜਿਰਾ ਕਰਦਾ ਤਾਂ ਇੱਕ ਨੋਮਨਕਲੇਚਰ ਹੁੰਦਾ ਅਦਾਲਤ 'ਚ, ਇੱਕ ਸਟਾਈਲ ਹੁੰਦਾ ਅਦਾਲਤ 'ਚ। ਆਪਾਂ ਹਮੇਸ਼ਾ ਅਦਾਲਤ ਨੂੰ ਆਈ ਐਡਰੈਸ ਕਰਦੇ ਹਾਂ ਵੀ ਮਾਈ ਲਾਰਡਸ, ਪਲੀਜ਼ let me ask this question to myself. What wrong I have done? Was I a part of unlawful assembly? Was I part of any violence? Was I part of any criminal conspiracy? Or was I carrying any weapon? ਜਿਹੜੀਆਂ ਮੈਂ ਪੰਜਾਬੀ 'ਚ ਗੱਲਾਂ ਕਹੀਆਂ ਉਹੀ ਮੈਂ ਹੁਣ ਅੰਗਰੇਜ਼ੀ 'ਚ ਦੁਹਰਾਤੀਆਂ ਵੀ ਨਾ ਤਾਂ ਮੈਂ ਕੋਈ ਵੈਪਨ ਕੈਰੀ ਕਰ ਰਿਹਾ ਸੀ, ਨਾ ਅਨਲੌਫੁਲ ਅਸੈਂਬਲੀ ਦਾ ਪਾਰਟ ਸੀ, ਨਾ ਕੋਈ ਵਾਇਲੈਂਸ ਕੀਤੀ, ਨਾ ਹੀ ਕਿਸੇ ਨੂੰ ਮਾਰਨ ਨੂੰ ਪਏ ਆ। ਫਿਰ ਇਹਨਾਂ ਸਾਰੇ ਸੈਕਸ਼ਨਸ ਦੇ ਥੱਲੇ ਇਹਨੂੰ ਕਿਉਂ ਟਰਾਈ ਕੀਤਾ ਜਾ ਰਿਹਾ? ਤੁਹਾਡੇ ਕੋਲੇ ਕੋਈ ਐਵੀਡੈਂਸ ਹੈ? ਕੁਝ ਹੈ ਤਾਂ ਦਿਖਾਓ। ਔਰ ਇਹ ਐਸਟੈਬਲਿਸ਼ ਗੱਲ ਆ ਵੀ ਪੁਲਿਸ ਕੁਝ ਨਹੀਂ ਦਿਖਾ ਸਕੀ ਕਿਉਂਕਿ ਸਾਰੀ ਗੱਲ ਹੀ ਝੂਠ ਸੀ। ਫਿਰ ਵਕੀਲ ਨੇ ਦਲੀਲ ਦਿੱਤੀ ਵੀ ਤੁਸੀਂ ਦੀਪ ਸਿੱਧੂ ਨੂੰ, ਉਹਨੇ ਮਾਰੀ ਤਾਂ ਚਪੇੜ ਆ, ਤੇ ਉਹਨੂੰ ਤੁਸੀਂ ਟਰਾਈ ਕਰ ਰਹੇ ਹੋ ਮਰਡਰ ਲਈ। ਜੇ ਤੁਸੀਂ ਸਜ਼ਾ ਦੇਣੀ ਆ ਤਾਂ ਚਪੇੜ ਦੀ ਦਿਓ ਉਹਨੂੰ, ਵੀ ਉਹਨੇ ਕਿਸੇ ਨੂੰ ਚਪੇੜ ਮਾਰੀ ਪਰ ਉਹਨੂੰ ਤੁਸੀਂ ਉਹਦੇ ਤੇ ਸੈਕਸ਼ਨ ਲਾਏ ਹੋਏ ਆ ਵੀ ਨਹੀਂ ਇਹਨੇ ਤਾਂ ਕਿਸੇ ਦੀ ਮਰਡਰ ਕਰਤਾ। ਸੋ ਇਸ ਕਰਕੇ ਉਹਦੀ ਗਲਤੀ ਇਹ ਹੋ ਸਕਦੀ ਆ ਵੀ ਉਹ ਰੋਂਗ ਟਾਈਮ ਰੋਂਗ ਜਗ੍ਹਾ ਤੇ ਸੀ। ਇਹ ਇੱਕ ਦਲੀਲ ਸੀ। ਇਹਨੂੰ ਹੁਣ ਤੁਸੀਂ ਟੋਟੈਲਿਟੀ 'ਚ ਜਦੋਂ ਤੁਸੀਂ ਸਾਰੀ ਗੱਲ ਨੂੰ ਵਾਚੋਗੇ ਤਾਂ ਤੁਹਾਡੇ ਸਮਝ ਆ ਜੂ। ਔਰ ਜਦੋਂ ਸਟੇਟ ਜਾਂ ਸਰਕਾਰ ਸਾਡੇ ਖਿਲਾਫ ਮੁਕੱਦਮੇ ਦਰਜ ਕਰਦੀ ਆ ਤੇ ਆਪਾਂ ਕੋਰਟ 'ਚ ਜਾ ਕੇ ਆਪਦੇ ਆਪ ਨੂੰ ਡਿਫੈਂਡ ਕਰਨਾ, ਇਹਦਾ ਮਤਲਬ ਹੀ ਇਹ ਹੁੰਦਾ ਵੀ ਆਪਾਂ ਆਪਦੇ ਆਪ ਨੂੰ ਬੇਗੁਨਾਹ ਜਾਂ ਇਨੋਸੈਂਟ ਪ੍ਰੂਵ ਕਰਨਾ। ਸੋ ਇਹ ਕੋਈ ਆਪਾਂ ਆਪਦੀ ਗੱਲ ਤੋਂ ਨਹੀਂ ਭੱਜੇ ਸੀ। ਗੱਲ ਜਿਹੜੀ ਆਪਾਂ ਕੀਤੀ ਆ ਉਹ ਜਮਾਂ ਬਾਦਲੀਲ ਕੀਤੀ ਆ, ਉਹ ਪੂਰੀ ਗੱਲ ਸਮਝੀ ਜਾਣੀ ਚਾਹੀਦੀ ਆ। ਉਦੋਂ ਬਾਅਦ ਇਹ ਗੱਲ ਸਾਰੀ ਸੰਗਤ ਦੇ, ਸਾਡੇ ਲੋਕਾਂ ਦੇ
समझ आ जाऊगी। अगली गल ये उठी भी मैं पुलिस की मदद की, ये गल बिल्कुल दुरुस्त आ, ये गल ठीक आ भी असीं उत्थे पुलिस की मदद की। और पुलिस वालियां नूं कुੱਟਣ या पुलिस वालियां दे नाल लड़न तां नहीं असीं गए सी, असीं तां एक आपदा अंदोलन कर रहे सी जिहड़ा कि जाबते च रह के बिना हिंसा तो पीसफुल अंदोलन सी। और यही साडी अपील पिछले 5-6 महीनों तो 26 जनवरी तो पहला संगत नूं असीं करदे सी भी जाबते च रहो, पीसफुल अंदोलन आपां पीसफुल रहना, आपां किसी हिंसक एक्टिविटी च इनवॉल्व नहीं होना। ईवन लाल किले मैं उत्थे भी नहीं थिड़किया, गल कही उत्थे मैं भी असीं हिंसक नहीं आ, हिंसक साडे मनां च हो ही नहीं सकती। फिर जदों निशान साहब ते किसानी झंडा संगत ने उत्थे लाता, उदों बाद जदों थल्ले आए आ असीं, थल्ले आके ट्रैक्टर ते स्पीच दित्ती, साडे किसी बंदे ने सलाह दी बाई आ मौका आपां उत्ते चलीए, आपदे बंदिआं नूं लैके आ जाइए ते मौका संभाल लईए, इत्थे कुछ भी हो सकदा। फिर उत्ते भज्जे असीं, उत्ते जाके उदों नूं उत्थे पुलिस पहुंच चुकी सी, पुलिस पहलां भी सीगी। पुलिस वालियां ने सानूं रिक्वेस्ट कीती भी तुसीं हुण जिहड़े तुहाडे सिंबोलिकली तुसीं किसानी झंडा निशान साहब लाउणे सी ओह लाते, हुण तुसीं प्लीज़ इत्थों थल्ले चले जाओ। इस गल ते असीं उन्हां नूं कहा कोई गल नहीं जी, असीं तुहाडे लई तां जां तुहाडे नाल जिदण जां लड़न तां आए ही नहीं, असीं थल्ले चले जांदे हां, लोकां दी उत्थे मिन्नतां कर कर उन्हां नूं थल्ले लैके आए हां। सो जे पुलिस भी साडे ही परिवारां चों आ, साडे ही परिवारां दे बंदे ओह पुलिस वाले बने होए आ, असीं पहिलां बड़ियां गलतियां कीतियां भी आपस च ही लड़दे रहे, साडा कॉन्फ्लिक्ट पुलिस नाल नहीं सी, साडा पुलिस दे नाल इनफैक्ट बड़ा वधिया रिलेशन सी। ਸਿੰਘੂ ਬਾਰਡਰ ਤੇ ਜਦੋਂ ਅਸੀਂ ਰਾਤ ਨੂੰ ਉਹਨਾਂ ਨਾਲ ਗੱਲਾਂ ਕਰਨ ਜਾਂਦੇ ਹੁੰਦੇ ਸੀ, ਉਹ ਕਹਿੰਦੇ ਸੀ ਯਾਰ ਅਸੀਂ ਤਾਂ ਆਪ ਤੁਹਾਡੇ ਨਾਲ ਆ, ਅਸੀਂ ਤਾਂ ਆਪ ਕਿਸਾਨ ਪਰਿਵਾਰ ਚੋਂ ਆ, ਅਸੀਂ ਤਾਂ ਆਪ ਇਸ ਅੰਦੋਲਨ ਦੀ ਹਮਾਇਤ ਕਰਦੇ ਆ। ਸਾਡਾ ਕੌਨਫਲਿਕਟ ਸੀ ਜਿਹੜਾ ਉਹ ਸਰਕਾਰ ਨਾਲ ਸੀ, ਤੇ ਜਿਹੜਾ ਇੱਕ ਚੰਗਾ ਜ਼ਿੰਮੇਵਾਰ ਬੰਦਾ ਉਹ ਇਸ ਗੱਲ ਨੂੰ ਬਾਖੂਬੀ ਸਮਝੂਗਾ। ਇਸੇ ਕਰਕੇ ਕਿਹਾ ਗਿਆ ਵੀ ਉੱਥੇ ਪੀਸਫੁਲ ਐਟਮੋਸਫੇਅਰ ਮੇਨਟੇਨ ਕਰਕੇ ਕਰਨ ਖਾਤਰ ਪੁਲਿਸ ਦੀ ਮਦਦ ਕੀਤੀ, ਨਾ ਕਿ ਕਿਸੇ ਹਿੰਸਕ एक्टिविटी च पार्ट लिया। और ये तो गल्लां सारियां वीडियो ते पईयां, ये गल्लां मेरे कहण ते ना जाओ, ये तो सारियां तत्थ दे नाल वीडियो च पईयां। ओ प्लीज वीडियो देखो, नहीं तो मैनू दस दिओ, मैं भेज दूंगा। अगली गल ये कही गई भी दीप सिद्धू ने लीगल जिहड़ियां प्रोसीडिंग्स च ये गल कही आ भी मैं भीड़ दा पार्ट नहीं सी। जदों संगत आ जिहड़ी वो झंडा चढ़ा रही आ, उहनूं संगत कह रहा, बिल्कुल गल सही आ। झंडा चढ़ाउणा किसी जुर्म के अधीन या किसी कानून के अधीन जुर्म नहीं आ, ये गल अदालत ने भी मन्नी आ। जे साडे इत्थे डाइवर्सिटी आ, उत्थे तां किसानी दा झंडा भी लग्या, ओहदियां गल्लां नहीं होईयां, उत्थे निशान साहब लग्या, उहनूं रिलीजीअस फ्लैग बना दिता गया। इहदे ते भी आपां गल करांगे अज दे लाइव च। पर उदों तक उत्थे कोई हिंसा नहीं, बड़ा चढ़दी कला दा माहौल। सरकार नूं असीं ਸਿੰਬੋਲਿਕਲੀ ये गल दस रहे हैं भी देखो साडी जिहड़ी जैन्युइन इमोशनस आ, साडे जिहड़े जज्बात आ, उन्हां नूं तुसीं इग्नोर ना करो, इहदे ते तुसीं गौर करो, इन्हां बिल्लां नूं, इन्हां कानूनां नूं तुसीं रिपील करो, इन्हां नूं रद्द करो। हिंसा होई वो माड़ी गल सी, जिन्हां ने हिंसा कीती वो भीड़ ही कहूँगा मैं उन्हां नूं, क्योंकि असीं उत्थे पुलिस वालियां नाल लड़न या उन्हां नूं मारन कुੱਟਣ नहीं गए सी। उसे गल ते सानूं बदनाम किया गया, उसे गल नूं फड़ के तुसीं देखो नैशनल मीडिया होवे, चाहे पोलिटिकल क्लास होवे, चाहे साडे आपदे बंदे होण, उन्हां ने उसे गल नूं फड़ के साडे ते तोहमतां लाईयां। अंदोलन नूं जिस तरह बयान किया भी अंदोलन तां खत्म हो गया, इहनूं तां ढाह लाती, ये उसे वजह कारण होया। जे किते उत्थे ना कुੱਟਮਾਰ हुंदी, हिंसा हुंदी, फिर इहदी जिहड़ी सारी ढांचा होना सी, इहदा मौलिक रूप होना सी, वो वखरा होना सी। ये सानूं पता, ये सियाणे बंदे गल समझदे आ। अगली गल, झंडा चढ़ाउण वेले मेरा उहदे च कोई हथ होना या ना होना, मैं एक गल होर क्लीयर करदा सारिआं नूं। मैं उत्थे 2 वजे पहुंचिआ, मेरे पहुंचण तो पहलां हज़ारां बंदे ट्रैक्टर, गड्डियां, स्कूटर, मोटरसाइकिल उत्थे पहुंचे होए सी। जदों मैं उत्ते, मैं तां भज के नाल रलिआ, अंदर वाला गेट भी पहलां टुट चुका सी। और जदों मैं उत्ते गया उदों पहलां साडे बंदे उस पुल ते चढ़ रहे सी। एक बंदा पहलां चढ़िया, वो जिहड़ा कोशिश कर रहा सी, वो तो चढ़िया नहीं गया, मुड़ के दूजा चढ़िया। इहदा मतलब ये सारी जिहड़ी
ਪਲੈਨਿੰਗ ਜਾਂ ਪੁਲਿਸ ਕਹਿ ਰਹੀ ਆ ਵੀ ਇਹ ਪ੍ਰੀ ਪਲਾਨਡ ਸੀ, ਇਹ ਵੀ ਗੱਲ ਇਹਨਾਂ ਨੂੰ ਦੱਸ ਦਈਏ। ਇਹ ਗੱਲ ਐਸਟੈਬਲਿਸ਼ ਹੋ ਚੁੱਕੀ ਆ, ਹੁਣ ਤਾਂ ਕੋਰਟ 'ਚ ਵੀ ਐਸਟੈਬਲਿਸ਼ ਹੋ ਚੁੱਕੀ ਆ ਵੀ ਕੋਈ ਇਹੋ ਜਿਹੀ ਪ੍ਰੀ ਪਲਾਨ ਗੱਲ ਹੈ ਨਹੀਂ ਸੀ। ਐਵੀਡੈਂਸ ਦੇ ਆਧਾਰ ਤੇ, ਤੱਥਾਂ ਤੇ ਪ੍ਰੂਫ ਦੇ ਆਧਾਰ ਤੇ ਇਹ ਗੱਲ ਐਸਟੈਬਲਿਸ਼ ਹੋ ਚੁੱਕੀ ਆ। ਇਹ ਤਾਂ ਉੱਥੇ ਜਾ ਕੇ ਜਿਹੜਾ ਇੱਕ ਸੰਗਤ ਦਾ ਰੋਹ ਸੀ ਜਾਂ ਇੱਕ ਸੈਂਸ ਆਫ ਹਿਸਟਰੀ ਉਹਨਾਂ 'ਚ ਪ੍ਰਵੇਲ ਕੀਤੀ, ਕਿਉਂ ਕੀਤੀ ਆਪਾਂ ਇਹਦੀ ਵੀ ਗੱਲ ਕਰਾਂਗੇ। ਉਸ ਕਰਕੇ ਇਹ ਸਾਰਾ ਵਰਤਾਰਾ ਜਿਹੜਾ ਉੱਥੇ ਵਾਪਰਿਆ, ਤੇ ਉਸ ਵਰਤਾਰੇ ਤੇ ਕੁਝ ਜ਼ਿੰਮੇਵਾਰ ਬੰਦਿਆਂ ਨੂੰ ਹੋਣਾ ਚਾਹੀਦਾ ਸੀ, ਜਿਹੜੇ ਉੱਥੇ ਮੌਕਾ ਸੰਭਾਲਦੇ, ਸਾਡੇ ਲੋਕਾਂ ਨੂੰ ਸੰਭਾਲਦੇ। ਇਸੇ ਰਿਸਪੌਂਸਿਬਿਲਿਟੀ ਕਰਕੇ ਮੈਂ ਉੱਥੇ ਗਿਆ। ਇਹ ਮੈਨੂੰ ਵੀ ਪਤਾ ਸੀ ਵੀ ਕੱਲ ਨੂੰ ਸਿੱਧਾ ਸਰਕਾਰ ਦੇ ਨਿਸ਼ਾਨੇ ਤੇ ਆਵਾਂਗੇ, ਔਰ ਆਏ ਵੀ। ਪਰ ਇਸ ਗੱਲ ਨੂੰ ਸਮਝਦੇ ਹੋਏ ਵੀ ਮੈਂ ਉੱਥੇ ਗਿਆ, ਔਰ ਇਹ ਵੀ ਗੱਲ ਪਤਾ ਸੀ ਵੀ ਇੱਥੇ ਕੁਝ ਵੀ ਵਾਪਰ ਸਕਦਾ। ਇੱਥੇ ਹੋ ਸਕਦਾ ਵੀ ਪੁਲਿਸ ਜਾਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਹੁਕਮ ਦੇ ਦੇਣ ਕਿਸੇ ਵੀ ਹੱਦ ਤੱਕ ਜਾਣ ਦਾ। ਘਰੇ ਫੋਨ ਕਰਕੇ ਗਏ ਵੀ ਕੋਈ ਨਹੀਂ, ਸਾਡੇ ਲੋਕ ਚਾਹੇ ਉੱਥੇ ਚਲੇ ਗਏ ਆ, ਮੌਕਾ ਸੰਭਾਲਣਾ ਅਸੀਂ ਜਾ ਕੇ, ਤੁਸੀਂ ਹੁਣ ਇਸ ਗੱਲ ਨੂੰ ਸਮਝ ਲਿਓ ਵੀ ਉੱਥੇ ਜਾਣਾ ਜ਼ਰੂਰੀ ਆ। ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਨੂੰ ਸਮਝ ਕੇ ਉੱਥੇ ਗਏ ਸੀ, ਨਾ ਕਿ ਕੋਈ ਹੋਰ ਇਹ ਵੀ ਪਹਿਲਾਂ ਪ੍ਰੀ ਪਲਾਨ ਕੀਤਾ ਸੀ ਜਾਂ ਦੀਪ ਸਿੱਧੂ ਬੰਦਿਆਂ ਨੂੰ ਲੈ ਗਿਆ ਉੱਥੇ। ਦੀਪ ਸਿੱਧੂ ਦੇ ਬੰਦੇ ਸੀ ਉਹਦਾ ਚਾਰ ਪਾਸਿਆਂ ਤੋਂ ਬਾਰਡਰ, ਮੈਂ ਵਾਰ-ਵਾਰ ਕਹਿੰਦਾ, ਟੁੱਟੇ ਆ। ਚਾਰ ਪਾਸਿਆਂ ਤੋਂ ਦੀਪ ਸਿੱਧੂ ਦਾ ਇੱਕ ਸਿੰਘੂ ਮੋਰਚੇ 'ਚ ਬੈਠਾ ਸੀ, ਚਾਰੋਂ ਪਾਸਿਆਂ ਤੋਂ ਤਾਂ ਨਹੀਂ ਬੰਦੇ ਲੈ ਕੇ ਆ ਗਿਆ। ਅਗਲੀ ਗੱਲ, ਇੱਕ ਹੋਰ ਵਾਰ-ਵਾਰ ਗੱਲ ਕਹੀ ਜਾਂਦੀ ਆ ਵੀ 26 ਤਰੀਕ ਤੋਂ ਮੋਰਚੇ ਨੂੰ ਢਾਹ ਲੱਗ ਗਈ, ਮੋਰਚੇ 'ਚ ਫਰਕ ਪੈ ਗਿਆ। ਇਹ ਗੱਲ ਸਾਨੂੰ ਸਮਝਣੀ ਪਊਗੀ ਤੇ ਬਹੁਤ ਜ਼ਰੂਰੀ ਆ। ਇਹ ਗੱਲ ਬਿਲਕੁਲ ਠੀਕ ਆ ਵੀ 26 ਤਰੀਕ ਤੋਂ ਬਾਅਦ ਜਿਹੜਾ ਕਿਸਾਨੀ ਮੋਰਚਾ ਸੀ, ਸਾਡਾ ਮੋਰਚਾ ਸੀ, ਉਹ ਬਦਲ ਗਿਆ। ਉੱਥੇ ਉਸ ਤਰ੍ਹਾਂ ਦਾ ਮਾਹੌਲ, ਉਸ ਤਰ੍ਹਾਂ ਦਾ ਰੌਂ, ਜਾਂ ਜਿਸ ਤਰ੍ਹਾਂ ਦੀ ਵਿਆਪਕ, ਜਿਹਨੂੰ ਡਾਈਵਰਸ ਪਾਰਟਿਸਿਪੇਸ਼ਨ ਕਹਿੰਦੇ ਆ, ਜੋ ਹੌਸਲਾ ਉੱਥੇ ਚੜ੍ਹਦੀ ਕਲਾ ਪਹਿਲਾਂ ਸੀ, ਉਸ ਤਰ੍ਹਾਂ ਦੀ ਨਹੀਂ ਰਹੀ। ਪਰ ਇਹਦਾ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਕਿਸਾਨ ਲੀਡਰਸ਼ਿਪ ਨੂੰ ਲੈਣੀ ਚਾਹੀਦੀ ਆ। ਕਿਉਂ? ਇਹਦਾ ਮੈਂ ਤੁਹਾਨੂੰ ਜਵਾਬ ਦਿੰਨਾ, ਧਿਆਨ ਨਾਲ ਸੁਣਿਓ। ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਸੀ। ਹੋਂਦ ਦੀ ਲੜਾਈ ਜਦੋਂ ਲੜਦੀਆਂ ਕੌਮਾਂ, ਉਦੋਂ ਮੋਸਟਲੀ ਔਰ ਹਮੇਸ਼ਾ ਹੀ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ, ਜਿਹਨੂੰ ਅਵਚੇਤਨ ਮਨ ਕਹਿੰਦੇ ਆ, ਉਹ ਕੰਮ ਕਰਦਾ। ਸਪਿਰਿਟ ਜਿਹੜੀ ਆ ਉਹ ਉੱਥੋਂ ਆਉਂਦੀ ਆ। ਸਬਕੌਂਸ਼ੀਅਸ ਮਾਈਂਡ ਹੀ ਤੁਹਾਨੂੰ ਉਹ ਸਪਿਰਿਟ ਦਿੰਦਾ ਵੀ ਤੁਸੀਂ ਆਪਦੀ ਹੋਂਦ ਦੀ ਲੜਾਈ 'ਚ ਜਾ ਕੇ ਪਾਰਟਿਸਿਪੇਟ ਕਰੋ, ਉੱਥੇ ਹੌਸਲੇ ਨਾਲ ਤੇ ਚੜ੍ਹਦੀ ਕਲਾ ਨਾਲ ਵਿਚਰੋ, ਤੇ ਫਿਰ ਜੋ ਪ੍ਰੋਗਰਾਮ ਲੀਡਰਸ਼ਿਪ ਦਿੰਦੀ ਆ, ਉਹਨਾਂ ਪ੍ਰੋਗਰਾਮਾਂ 'ਚ ਤੁਸੀਂ ਹਿੱਸਾ ਲਓ। ਜੇ ਤੁਸੀਂ ਚੇਤਨ ਮਨ ਚਾਹੋਗੇ ਤਾਂ ਉਹਦੇ 'ਚ ਤਾਂ ਬੜਾ ਕੁਝ ਪਿਆ, ਉਹਦੇ 'ਚ ਤਾਂ ਡਰ ਪਿਆ, ਉਹਦੇ 'ਚ ਤਾਂ ਸਾਡੀਆਂ ਲੋੜਾਂ ਪਈਆਂ, ਉਹਦੇ 'ਚ ਤਾਂ ਪਰਿਵਾਰ ਪਿਆ ਸਾਡਾ, ਵੀ ਉਹ ਸਾਡਾ ਪਹਿਲੀ ਜਿਹੜੀ ਪ੍ਰਾਇੋਰਟੀ ਆ ਪਰਿਵਾਰ ਦੀ ਖਾਤਰ। ਪਰ ਨਹੀਂ, ਕੁਝ ਮੌਕੇ ਇਤਿਹਾਸ 'ਚ ਇਹੋ ਜਿਹੇ ਆਉਂਦੇ ਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹੁੰਦੇ ਸੀ, ਉਹਨਾਂ ਨੇ ਲਿਖਿਆ ਵੀ ਆ, ਜਦੋਂ ਕੌਮਾਂ ਦਿਮਾਗ ਤੋਂ ਨਹੀਂ ਖੂਨ ਤੋਂ ਸੋਚਦੀਆਂ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹੀ ਆ ਵੀ ਜਦੋਂ ਹੋਂਦ ਦੀ ਲੜਾਈ, ਜਦੋਂ ਆਪਦੀ ਕਲਚਰ ਦੀ ਐਗਜ਼ਿਸਟੈਂਸ ਦੀ, ਜਦੋਂ ਆਪਦੀ ਫਲਸਫਿਆਂ ਦੀ ਐਗਜ਼ਿਸਟੈਂਸ ਦੀ ਲੜਾਈ ਅਸੀਂ ਲੜਦੇ ਹਾਂ, ਉਸ ਟਾਈਮ ਇਤਿਹਾਸ ਦਾ ਉਹ ਪਲ ਜਦੋਂ ਕੌਮਾਂ ਖੂਨ ਤੋਂ ਸੋਚਦੀਆਂ, ਖੂਨ ਦਾ ਮਤਲਬ ਸਬਕੌਂਸ਼ੀਅਸ ਮਾਈਂਡ ਤੋਂ ਸੋਚਦੀਆਂ, ਉਹਨਾਂ ਦੇ ਡਿਸੀਜਨ ਸਬਕੌਂਸ਼ੀਅਸ ਮਾਈਂਡ ਲੈਂਦਾ, ਉਹ ਪਲ ਸਾਡੇ ਸਾਹਮਣੇ ਆਉਂਦਾ। ਉਹ ਪਲ ਸਾਡੇ ਸਾਹਮਣੇ ਆਇਆ ਸੀ। ਕਦੋਂ ਆਇਆ ਸੀ? ਇਹ ਪਲ ਸਾਡੇ 26 ਨਵੰਬਰ ਨੂੰ ਵੀ ਸਾਹਮਣੇ ਆਇਆ ਸੀ, ਜਦੋਂ ਅਸੀਂ ਦਿੱਲੀ ਨੂੰ ਤੁਰੇ ਸੀ। ਲੀਡਰਸ਼ਿਪ ਤਾਂ ਕਹਿ ਰਹੀ ਸੀ ਜਿੱਥੇ ਸਾਨੂੰ ਰੋਕਿਆ ਸੀ ਉੱਥੇ ਬੈਠਾਂਗੇ, ਪਰ ਉਸ ਵੇਲੇ ਵੀ ਸਾਡੇ ਪੰਜਾਬੀਆਂ ਨੇ, ਸਾਡੇ ਉਹ ਧਿਰ ਨੇ ਜਿਹੜੇ ਸੰਘਰਸ਼ੀ ਬੰਦੇ ਆ, ਉਹਨਾਂ ਨੇ ਉਸ ਅਵਚੇਤਨ ਮਨ ਤੋਂ, ਆਪਦੇ ਖੂਨ ਤੋਂ ਸੋਚਿਆ ਤੇ ਆ ਕੇ ਦਿੱਲੀ ਬਹਿ ਗਏ। ਫਿਰ ਦਿੱਲੀ ਜਦੋਂ ਬੈਠੇ, ਉਦੋਂ ਸਰਕਾਰ ਇਹ ਕਹਿੰਦੀ ਸੀ ਬਰਾੜੀ ਚਲੇ ਜਾਓ, ਲੀਡਰਸ਼ਿਪ ਵੀ ਇਹ ਕਹਿੰਦੀ ਸੀ ਬਰਾੜੀ ਜਾ ਕੇ ਬਹਿ ਜਾਂਦੇ ਆ। ਪਰ ਫਿਰ ਸਾਡੇ ਜਿਹੜੇ ਸੰਘਰਸ਼ੀ ਬੰਦੇ ਸੀ, ਉਦੋਂ ਉਸੇ ਅਵਚੇਤਨ ਮਨ ਨੇ ਕਿਹਾ ਵੀ ਨਹੀਂ, ਜਿੱਥੇ ਪਹੁੰਚ ਗਏ ਆ ਇੱਥੇ ਹੀ ਬੈਠਾਂਗੇ। ਇੱਕ ਪਾਸੇ ਖਨੌਰੀ ਬਹਿ ਗਏ, ਆਪਣਾ ਟਿਕਰੀ ਬਹਿ ਗਏ, ਇੱਕ ਪਾਸੇ ਆਪਾਂ ਸਿੰਘੂ ਬਹਿ ਗਏ, ਉਧਰ ਗਾਜ਼ੀਆਬਾਦ ਬਹਿ ਗਏ, ਇੱਧਰ ਰਾਜਸਥਾਨ ਵਾਲੇ ਵੀ ਆ ਗਏ। ਫਿਰ ਹੁਣ ਉਦੋਂ ਬਾਅਦ ਉਹੀ ਮੌਕਾ 26 ਜਨਵਰੀ ਨੂੰ ਆਇਆ। 26 ਜਨਵਰੀ ਨੂੰ, ਉਦੋਂ ਪਹਿਲਾਂ 25 ਜਨਵਰੀ ਨੂੰ ਦੇਖੋ ਲੀਡਰਸ਼ਿਪ ਨੇ ਕੀ ਕੀਤਾ। 3 ਦਿਨ ਪਹਿਲਾਂ ਪੁਲਿਸ ਨਾਲ ਸਹਿਮਤੀ ਕਰ ਲਈ।
ਸਹਿਮਤੀ ਕਰ ਲਈ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ। ਪਰ 25 ਸ਼ਾਮ ਤਰੀਕ ਤੱਕ ਉਹਨਾਂ ਨੇ ਇਹ ਡਿਕਲੇਅਰ ਹੀ ਨਹੀਂ ਕੀਤਾ ਵੀ ਕਿਹੜਾ ਰੂਟ ਆ, ਔਰ ਜਿਹੜਾ ਰੂਟ ਦਿੱਤਾ ਉਹ ਤਾਂ ਦਿੱਲੀ ਦੀ ਨਿਆਈਆਂ 'ਚ ਜਾ ਕੇ ਵਾਪਸ ਆਉਣ ਵਾਲੀ ਗੱਲ ਸੀ। ਜਿਵੇਂ ਪਿੰਡ ਦੀ ਨਿਆਈ ਹੁੰਦੀ ਆ ਉੱਥੋਂ ਤੱਕ ਜਾ ਆਏ, ਪਿੰਡ ਵੜੇ ਨਹੀਂ, ਪਰ ਕਹਿ ਕੇ ਕੀ ਬੁਲਾਇਆ ਵੀ ਦਿੱਲੀ ਜਾਣਾ। ਇਸ ਗੱਲ ਤੇ ਉੱਥੇ ਬਹੁਤ ਵੱਡਾ ਸੰਗਤ 'ਚ ਰੋਹ ਪੈਦਾ ਹੋਇਆ, ਤੇ ਉਹ ਰੋਹ ਜਸਟੀਫਾਈਡ ਵੀ ਸੀ, ਕਿਉਂਕਿ ਸੰਗਤ ਨੂੰ ਜਾਂ ਸਾਰੇ ਸਾਡੇ ਲੋਕਾਂ ਨੂੰ ਇਹ ਲੱਗਿਆ ਵੀ ਸਾਡੇ ਨਾਲ ਧੋਖਾ ਹੋਇਆ। ਉੱਥੇ ਲੀਡਰਸ਼ਿਪ ਨੂੰ ਖੜਨਾ ਚਾਹੀਦਾ ਸੀ। 25 ਦੀ ਸ਼ਾਮ ਜਦੋਂ ਲੀਡਰਸ਼ਿਪ ਉੱਥੋਂ ਭੱਜੀ ਆ ਸਟੇਜ ਤੋਂ, ਫਿਰ ਇਹਨਾਂ ਨੇ ਕਿਸ ਤਰ੍ਹਾਂ ਦੀਆਂ ਤੋਹਮਤਾਂ ਲਾਈਆਂ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੂੰ ਕਹਿ ਕੇ ਬੁਲਾਇਆ ਗਿਆ ਸਟੇਜ ਤੇ ਵੀ ਜਾਓ ਹੈਂਡਲ ਕਰੋ, ਜਾਓ ਹੈਂਡਲ ਕਰੋ। ਬਾਬਾ ਰਾਜਾ ਰਾਜ ਸਿੰਘ ਜੀ ਤਰਨਾ ਦਲ ਵਾਲੇ ਆਪਣੇ ਜਿਉਂਦੇ ਜਾਗਦੇ ਆ, ਅੰਮ੍ਰਿਤਧਾਰੀ ਆ, ਨਿਹੰਗ ਸਿੰਘ ਫੌਜਾਂ ਦੇ ਮੁਖੀ ਆ। ਤੁਸੀਂ ਉਹਨਾਂ ਤੋਂ ਪੁੱਛ ਲਓ ਜੇ ਉਹਨਾਂ ਨੇ ਦੀਪ ਸਿੱਧੂ ਨੂੰ ਮੈਨੂੰ ਫੋਨ ਕਰਕੇ ਇਹ ਗੱਲ ਨਹੀਂ ਕਹੀ ਵੀ ਤੇਰੀ ਜ਼ਰੂਰਤ ਆ ਸਟੇਜ ਤੇ ਆ ਜਾ ਸ਼ੇਰਾ, ਇੱਥੇ ਬਹੁਤ ਗਹਿਮਾ ਗਹਿਮੀ ਹੋ ਗਈ ਆ, ਮੌਕਾ ਸੰਭਾਲਦੇ ਆ, ਇਹਨਾਂ ਨੂੰ ਸ਼ਾਂਤ ਕਰਦੇ ਆ। ਔਰ ਉੱਥੇ ਜਾ ਕੇ ਮੈਂ ਗੱਲ ਵੀ ਇਹ ਕਹੀ ਵੀ ਸਾਂਝਾ ਫੈਸਲਾ ਲਵਾਂਗੇ, ਸੰਗਤ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਜਜ਼ਬਾਤ ਆ ਉਹਦੀ ਤਰਜਮਾਨੀ ਕਰਾਂਗੇ। ਲੀਡਰਸ਼ਿਪ ਨੂੰ ਅਪੀਲ ਕੀਤੀ। 26 ਤਰੀਕ ਨੂੰ ਫਿਰ ਜੋ ਕੁਝ ਹੋਇਆ, ਸਰਕਾਰ ਤਾਂ ਇਹ ਕਹਿੰਦੀ ਹੁੰਦੀ ਆ ਵੀ ਵੇਖੋ ਕਿੰਨਾ ਮਾੜਾ ਹੋ ਗਿਆ, ਪਰ ਸਾਡੀ ਲੀਡਰਸ਼ਿਪ ਵੀ ਇਹੀ ਗੱਲ ਕਰਦੀ ਰਹੀ ਵੀ ਆਹ ਵੇਖ ਲਓ ਜਿਹੜਾ ਸਾਡਾ ਮੋਰਚਾ, ਸਾਡਾ ਅੰਦੋਲਨ ਆ, ਉਹਨੂੰ ਢਾਹ ਲਾਤੀ, ਉਹਨੂੰ ਢਾਹ ਲਾਤੀ। ਔਰ ਢਾਹ ਲਾਈ ਕਿਹਨੇ? ਦੀਪ ਸਿੱਧੂ ਨੇ। ਇੱਕ ਬੰਦੇ ਦੇ ਸਿਰ ਤੇ ਸਾਰੀ ਗੱਲ ਮੜਤੀ, ਪਰ ਉਹਨਾਂ ਨੂੰ ਇਹ ਗੱਲ ਨਹੀਂ ਸਮਝ ਆਈ ਵੀ ਇਹ ਗੱਲ ਕਹਿ ਕੇ ਜਿਹੜਾ ਅਵਚੇਤਨ ਮਨ ਉਹਨਾਂ ਨੂੰ ਲੋਕਾਂ ਨੂੰ ਲੈ ਕੇ ਆਇਆ ਸੀ ਉਹਨੂੰ ਉਹ ਠੇਸ ਪਹੁੰਚਾ ਰਹੇ ਆ, ਉਹਨੂੰ ਡਿਸਇਲੂਜਨ ਕਰ ਰਹੇ ਆ। ਤੇ ਉਦੋਂ ਬਾਅਦ ਲੋਕ ਉੱਥੋਂ ਡਿਸਇਲੂਜਨਡ ਹੋਏ, ਲੋਕਾਂ ਨੂੰ ਇਹ ਲੱਗਿਆ ਵੀ ਇਹ ਤਾਂ ਮੋਰਚੇ ਨੂੰ ਤਾਂ ਢਾਹ ਲੱਗ ਗਈ। ਤੁਸੀਂ ਠੀਕ ਆ ਮੇਰੇ ਗੱਲ ਸਿਰ ਤੇ ਮੜ ਦੋ, ਪਰ ਤੁਸੀਂ ਇਹ ਤਾਂ ਕਹੋ ਯਾਰ ਸਾਡੇ ਲੋਕ ਕਿੱਥੋਂ ਤੱਕ ਜਾ ਕੇ ਕੀ ਪ੍ਰਾਪਤੀ ਕਰਕੇ ਆਏ ਆ। ਸਾਡੇ ਲੋਕ ਕੁਝ ਵੀ ਕਰ ਸਕਦੇ ਆ। ਸਰਕਾਰ ਨੂੰ ਚਾਹੀਦਾ ਹੁਣ ਵੀ ਇਹ ਗੱਲ ਤੇ ਗੌਰ ਕਰੇ, ਮੰਨ ਜੇ ਬਿੱਲ ਰੱਦ ਕਰਨ ਵਾਸਤੇ, ਕਾਨੂੰਨ ਰੱਦ ਕਰਨ ਵਾਸਤੇ, ਪਰ ਇਹ ਗੱਲ ਕਿਸੇ ਨੇ ਨਹੀਂ ਕੀਤੀ। ਚੜ੍ਹਦੀ ਕਲਾ ਵਾਲੀ ਗੱਲ ਨਹੀਂ ਕੀਤੀ, ਉਲਟਾ ਇਹ ਕਿਹਾ ਗਿਆ ਵੀ ਮੋਰਚੇ ਨੂੰ ਤਾਂ ਢਾਹ ਲੱਗ ਗਈ ਆ ਤੇ ਆਹ ਬੰਦੇ ਗਦਾਰ ਆ ਤੇ ਇਹਨਾਂ ਗਦਾਰਾਂ ਨੂੰ ਸਰਟੀਫਿਕੇਟ ਅਸੀਂ ਵੰਡਤੇ ਆ। ਤਾਂ ਲੋਕਾਂ ਤੇ ਤਾਂ ਇਹਨਾਂ ਗੱਲਾਂ ਦਾ ਅਸਰ ਹੋਣਾ ਹੀ ਸੀ, ਲੋਕਾਂ ਨੇ ਡਿਸਇਲੂਜਨ ਹੋਣਾ ਸੀ। ਲੋਕ ਟੁੱਟੇ ਇਸ ਗੱਲ ਤੋਂ, ਲੋਕਾਂ ਨੂੰ ਆਪ ਵੀ ਨਹੀਂ ਸਮਝ ਆਈ ਵੀ ਉਹਨਾਂ ਦਾ ਅਵਚੇਤਨ ਮਨ ਕਿਤੇ ਨਾ ਕਿਤੇ ਉਹਨਾਂ ਨੂੰ ਉਸ ਸਾਰੀ ਸਪਿਰਿਟ ਤੋਂ ਤੋੜ ਕੇ ਅਗਲੇ ਵਾਪਸ ਚਲੇ ਗਏ। ਇਹ ਲੀਡਰਸ਼ਿਪ ਵੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਵੀ ਲੋਕਾਂ ਦੀ ਸਾਈਕੋਲੋਜੀ ਨੂੰ ਵੀ ਸਮਝਣਾ, ਲੋਕਾਂ ਨੂੰ ਕਿਹੜੀ ਸਪਿਰਿਟ ਮੋਬਿਲਾਈਜ਼ ਕਰ ਰਹੀ ਆ ਉਸ ਗੱਲ ਨੂੰ ਵੀ ਸਮਝਣਾ। ਪਰ ਸਾਡੀ ਲੀਡਰਸ਼ਿਪ ਨੇ ਕਦੇ ਇਸ ਗੱਲ ਦੀ ਸਮਝਣ ਦੀ ਮੈਨੂੰ ਲੱਗਦਾ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਨਹੀਂ ਮੈਂ ਲੀਡਰਸ਼ਿਪ ਦੇ ਖਿਲਾਫ ਬਿਆਨ ਦੇ ਰਿਹਾ, ਮੈਂ ਅੱਜ ਵੀ ਇਹ ਗੱਲ ਕਹਿ ਰਿਹਾ ਅਸੀਂ ਉਸ ਲੀਡਰਸ਼ਿਪ ਨੂੰ ਅੱਗੇ ਰੱਖ ਕੇ ਉਹਨਾਂ ਦੀ ਅਗਵਾਈ 'ਚ ਅੰਦੋਲਨ ਲੜਨਾ। ਜੇਲ੍ਹ ਤੋਂ ਬਾਹਰ ਆ ਕੇ ਜੇ ਸਰਕਾਰ ਦਾ ਮੈਂ ਬੰਦਾ ਹੁੰਦਾ ਤਾਂ ਮੈਂ ਮੇਰੇ ਨਾਲ ਬੜਾ ਕੁਝ ਕੀਤਾ। ਮੇਰੇ ਤੇ 26 ਤਰੀਕ ਨੂੰ ਜਦੋਂ ਇਹ ਕਿਹਾ ਗਿਆ ਵੀ ਉਹ ਲਾਲ ਕਿਲੇ ਚੋਂ ਦੇਖੋ ਮੋਟਰਸਾਈਕਲ ਲੈ ਕੇ ਭੱਜਿਆ, 26 ਤਰੀਕ ਨੂੰ ਜਿਹੜਾ ਮੈਂ ਸੁਖਦੇਵ ਢਾਬੇ ਤੇ ਵਾਪਸ ਆਇਆ, ਮੋਰਚੇ 'ਚ ਵਾਪਸ ਆਇਆ, ਉੱਥੋਂ ਆ ਕੇ ਮੈਂ ਲਾਈਵ ਕੀਤਾ, ਮੇਰੇ ਤੇ ਅਟੈਕ ਕੀਤਾ। ਹੁਣ ਕਿਸ ਸਾਜ਼ਿਸ਼ ਦੇ ਅਧੀਨ ਮੇਰੇ ਤੇ ਅਟੈਕ ਕੀਤਾ, ਕੌਣ ਕੌਣ ਬੰਦੇ ਸੀ, ਉਹ ਵੀ ਸਾਰੇ ਸਾਹਮਣੇ ਆ ਗਏ। ਤੇ ਜੇ ਮੈਂ ਸਰਕਾਰ ਦਾ ਬੰਦਾ ਹੁੰਦਾ, ਜੇਲ੍ਹ ਚੋਂ ਬਾਹਰ ਆਉਂਦੇ ਹੀ ਮੈਂ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਣਾ ਸੀ ਵੀ ਆਹ ਵੇਖ ਲਓ ਯਾਰ ਇਹਨਾਂ ਦੇ ਚਿਹਰੇ। ਪਰ ਮੈਂ ਕਿਹਾ ਨਹੀਂ, ਕੋਈ ਨਹੀਂ, ਮੈਂ ਸਭ ਕਿਸੇ ਨੂੰ ਮਾਫ ਕਰਦਾ। ਆਪਾਂ ਏਕੇ 'ਚ ਰਹਿਣਾ, ਤੇ ਅੱਜ ਵੀ ਮੈਂ ਉਸੇ ਗੱਲ ਤੇ ਕਾਇਮ ਆ, ਆਪਾਂ ਏਕੇ 'ਚ ਰਹਿਣਾ। ਪਰ ਅਸੀਂ ਹੁਣ ਤਾਂ ਆਪਦੀਆਂ ਗਲਤੀਆਂ ਤੋਂ ਸਿੱਖੀਏ, ਹੁਣ ਤਾਂ ਇੱਕ ਦੂਜੇ ਨੂੰ ਸਪੇਸ ਦਈਏ, ਇੱਕ ਦੂਜੇ ਦੀ ਗੱਲ ਨੂੰ ਸੁਣਨ ਦਾ ਮਾਦਾ ਰੱਖੀਏ। ਕਿਉਂਕਿ ਐਂ ਸਾਨੂੰ ਜੇ ਲੱਗਣ ਲੱਗ ਗਿਆ ਚਾਹੇ ਦੂਜੇ ਦੀ ਗੱਲ ਬੇਵਰਗੀ ਕਿਉਂ ਨਾ ਲੱਗੇ ਸਾਨੂੰ, ਪਰ ਸਾਨੂੰ ਸੁਣਨੀ ਚਾਹੀਦੀ ਆ ਔਰ ਸੁਣਨੀ ਪਊਗੀ, ਫੇਰ ਹੀ ਕੋਈ ਸਾਰਥਕ ਨਤੀਜੇ ਨਿਕਲ ਸਕਦੇ ਆ। ਅਗਲੀ ਗੱਲ, ਇਹ ਗੱਲ ਪ੍ਰਚਾਰੀ ਗਈ ਔਰ ਚੜੂਨੀ ਸਾਹਿਬ ਨੇ ਇੱਕ ਇੰਟਰਵਿਊ 'ਚ ਕਹੀ ਵੀ 84 ਵਾਪਰ ਜਾਣੀ ਸੀ। ਮੈਂ ਇੱਕ ਗੱਲ ਚੜੂਨੀ ਸਾਹਿਬ ਤੋਂ ਪੁੱਛਣਾ ਚਾਹਣਾ ਵੀ ਇਹ ਤਾਂ ਰੱਬ ਦਾ ਸ਼ੁਕਰ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਲੋਕ ਇੱਧਰ ਨੂੰ ਤੁਰ ਗਏ ਲਾਲ ਕਿਲੇ ਨੂੰ ਤੇ ਕਿਸੇ ਬੰਦੇ ਨੇ ਆਪਦੀ ਜਾਨ ਨਹੀਂ ਖੋਈ। ਪਰ ਦੂਜੇ ਪਾਸੇ ਇੱਕ ਪੱਤਰਕਾਰ ਸਾਡਾ ਹਰਿਆਣੇ ਦਾ ਹੀ ਫੜਿਆ ਗਿਆ ਸੀ ਮੁੰਡਾ, ਉਹਨੇ ਆ ਕੇ ਜਿਹੜਾ ਸਾਰਾ ਖੁਲਾਸਾ ਕੀਤਾ ਵੀ ਜੇ ਕਿਤੇ ਦੂਜੇ ਰੂਟ ਤੇ ਚਲੇ ਜਾਂਦੇ ਨਾ ਸਾਡੇ ਲੋਕ,
ਅਗਲੇ ਤਾਂ ਪੈਟਰੋਲ ਪੰਪ ਐਸਿਡ ਪੰਪ ਲਈ ਬੈਠੇ ਸੀ, ਉਹ ਤਾਂ ਟਰੈਪ ਸੀ। 84 ਤਾਂ ਉੱਥੇ ਵਾਪਰ ਜਾਣੀ ਸੀ। ਇਹਦੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਚਾਹੀਦੀ ਆ। ਔਰ ਜਦੋਂ ਚੜੂਨੀ ਸਾਹਿਬ ਇਹੋ ਜਿਹੇ ਬਿਆਨ ਦਿੰਦੇ ਸੀ ਵੀ ਟਰੈਕਟਰ ਅਸੀਂ ਧੂਫ ਦੇਣ ਨੂੰ ਮੰਗਾਏ ਆ, ਉਦੋਂ ਉਹਨਾਂ ਨੂੰ ਨਹੀਂ ਸਮਝ ਸੀ ਵੀ 84 ਵਾਪਰ ਜਾਣੀ ਸੀ। ਔਰ ਤੁਸੀਂ ਪੇਸ਼ ਕਿਵੇਂ ਕਰ ਰਹੇ ਹੋ ਵੀ 84 ਚ ਸਾਡੀ ਗਲਤੀ ਸੀ? ਨਹੀਂ, ਜਿਹੜੀ ਵਿਕਟਿਮ ਧਿਰ ਹੁੰਦੀ ਆ 84 ਚ, ਕੋਈ ਵੀ, ਉਹ ਵਿਕਟਿਮ ਧਿਰ ਕੌਣ ਸੀ? ਅਸੀਂ ਸੀ। ਵਿਕਟਿਮ ਧਿਰ ਦੀ ਕਦੇ ਗਲਤੀ ਨਹੀਂ ਹੁੰਦੀ, ਹਮੇਸ਼ਾ ਗਲਤੀ ਉਸ ਧਿਰ ਦੀ ਹੁੰਦੀ ਆ ਜਿਹੜੀ ਅਗਰੈਸਿਵ ਹੁੰਦੀ ਆ। ਔਰ ਅਗਰੈਸਿਵ ਧਿਰ ਕੌਣ ਸੀ ਇਹ ਸਾਨੂੰ ਸਾਰਿਆਂ ਨੂੰ ਪਤਾ। ਹਜੇ ਵੀ ਅਦਾਲਤ ਚ ਕੇਸ ਪਏ ਆ, ਲੋਕਾਂ ਨੂੰ ਸਜ਼ਾ ਨਹੀਂ ਹੋਈਆਂ। ਸੋ ਗੱਲ ਨੂੰ ਪਹਿਲਾਂ ਵਾਚਿਆ ਕਰੋ, ਬੋਲਣ ਤੋਂ ਪਹਿਲਾਂ। ਮੇਰੀ ਹੱਥ ਜੋੜ ਕੇ ਬੇਨਤੀ ਆ। ਅਗਲੀ ਗੱਲ, ਇਹ ਬੜਾ ਪ੍ਰਚਾਰਿਆ ਜਾ ਰਿਹਾ ਵੀ ਮੈਂ ਅਕਾਲੀ ਦਲ ਜੁਆਇਨ ਕਰਨਾ ਜੀ। ਮੈਂ ਇੱਕ ਗੱਲ ਸਾਰੀ ਸੰਗਤ ਨਾਲ ਸਾਂਝੀ ਕਰਦਾ। ਇਸ ਟਾਈਮ ਪੰਜਾਬ ਨੂੰ ਮੁੜ ਉਸਾਰੀ ਦੀ ਜ਼ਰੂਰਤ ਆ। ਮੁੜ ਉਸਾਰੀ ਸਿਵਲ ਸਟਰਕਚਰ ਦੀ ਵੀ ਹੋਣੀ ਚਾਹੀਦੀ ਆ। ਸਿਵਲ ਸਟਰਕਚਰ ਦਾ ਮਤਲਬ ਇਹ ਹੁੰਦਾ ਜਦੋਂ ਕੁਝ ਲੋਕ, ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ, ਜਿਹੜੇ ਮਾੜੀ ਨੀਤੀਆਂ ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕਰ ਸਕਣ, ਉਹਨੂੰ ਸਿਵਲ ਸੁਸਾਇਟੀ ਕਹਿੰਦੇ ਆ। ਸਿਵਲ ਸੁਸਾਇਟੀ ਜਾਂ ਸਿਵਲ ਸਟਰਕਚਰ ਦੀ ਵੀ ਜ਼ਰੂਰਤ ਆ। ਸਾਨੂੰ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਵੀ ਜ਼ਰੂਰਤ ਆ। ਸਾਨੂੰ ਸਾਡੀਆਂ ਖੇਤਰੀਆਂ ਪਾਰਟੀਆਂ ਦੀ ਵੀ ਜ਼ਰੂਰਤ ਆ। ਜੇ ਅਸੀਂ ਇਹਨਾਂ ਜਿਹੜੀਆਂ ਬੋਲਡ ਸਟੇਟਮੈਂਟ ਜਾਂ ਬੋਲਡ ਆਈਡੀਆਜ਼ ਦੇਣ ਤੋਂ ਗੁਰੇਜ਼ ਕਰਾਂਗੇ ਔਰ ਓਨੈਸਟੀ ਨਹੀਂ ਰੱਖਾਂਗੇ, ਤਾਂ ਮੁੜ ਉਸਾਰੀ ਆ ਜਿਹੜੀ ਪੰਜਾਬ ਦੀ, ਉਹ ਬਹੁਤ ਔਖੀ ਹੋ ਜਾਣੀ ਆ। ਸੋ ਇਸ ਕਰਕੇ ਤੁਸੀਂ ਜੇ ਸਪੇਸ ਹੀ ਨਾ ਦਿਓਗੇ, ਮੈਂ ਵੀ ਆਪਦੀ ਇਮਾਨਦਾਰੀ ਨਾਲ ਗੱਲ ਰੱਖ ਸਕਾਂ, ਇਸ ਇਮਾਨਦਾਰੀ ਨੂੰ ਤੁਸੀਂ ਜੱਜਮੈਂਟ ਤੇ ਤੌਰ ਤੇ ਕਿਸੇ ਪਾਰਟੀ ਨਾਲ ਜੋੜ ਦੋਗੇ ਵੀ ਇਹ ਤਾਂ ਤੁਰ ਪਿਆ ਅਕਾਲੀ ਦਲ ਚ, ਇਹ ਤਾਂ ਤੁਰ ਪਿਆ ਕਾਂਗਰਸ ਚ, ਤਾਂ ਤੁਰ ਪਿਆ ਬੀਜੇਪੀ ਚ, ਫਿਰ ਕਿਵੇਂ ਕੰਮ ਕਰ ਸਕਾਂਗੇ ਆਪਾਂ? ਫਿਰ ਨਹੀਂ ਕੰਮ ਕਰ ਸਕਦੇ। ਪਲੀਜ਼, ਇਹ ਬਹੁਤ ਜ਼ਰੂਰੀ ਆ ਵੀ ਅਸੀਂ ਸਪੇਸ ਦੇਣਾ ਸਿੱਖੀਏ। ਅਸੀਂ ਇੰਨਾ ਸ਼ੱਕ ਕਰਨ ਲੱਗ ਗਏ, ਫਿਰ ਸਾਡੇ ਤੋਂ ਈਵਨ ਜਿਹੜੇ ਬੰਦੇ ਆਪਦੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਪੰਜਾਬੀਆਂ ਲਈ, ਸਾਡੇ ਲੋਕਾਂ ਲਈ, ਉਹ ਬੰਦੇ ਵੀ ਡਰ ਡਰ ਕੇ ਸਟੇਟਮੈਂਟਸ ਦਿਆ ਕਰਨਗੇ। ਤੇ ਮੈਂ ਕਦੇ ਇਸ ਜਿਹੜੇ ਪੂਰੇ ਮਾਹੌਲ 'ਚ ਵੀ ਡਰ ਕੇ ਸਟੇਟਮੈਂਟ ਦੇਵਾਂ, ਉਹਦਾ ਕੀ ਮਤਲਬ ਨਿਕਲਦਾ, ਮੈਂ ਕਦੇ ਇਹੋ ਜਿਹਾ ਕੋਈ ਦਸਤੂਰ ਜਿਹੜਾ ਉਹ ਕਦੇ ਫੋਲੋ ਹੀ ਨਹੀਂ ਕੀਤਾ, ਮੇਰੇ ਤੋਂ ਹੁੰਦਾ ਹੀ ਨਹੀਂ। ਮੇਰੇ ਜੋ ਅੰਦਰ ਅਸਲ ਗੱਲ ਹੁੰਦੀ ਆ, ਜੋ ਪਈ ਹੁੰਦੀ ਆ, ਉਹ ਗੱਲ ਮੈਂ ਕਹਿ ਦਿੰਦਾ। ਤੁਸੀਂ ਇਹ ਦੇਖੋ, ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਉੱਥੇ ਉਹਨਾਂ ਨੂੰ ਮੈਂ ਜਾਣਦਾ ਤੱਕ ਨਹੀਂ ਸੀ, ਉਹਨਾਂ ਦਾ ਨਾਂ ਨਹੀਂ ਜਾਣਦਾ ਸੀ। ਉਹਨਾਂ ਲਈ ਆਪਾਂ ਉਹਨਾਂ ਦੇ ਘਰੇ ਜਾਏ। ਕਿਉਂ ਜਾਏ? ਕਿਉਂਕਿ ਮੇਰਾ ਇੱਕ ਦੋਸਤ ਆ ਸਰਬਜੀਤ, ਉਹ ਕਹਿੰਦਾ ਜੀ ਇਹ ਉਹੀ ਬੰਦੇ ਆ ਜਿਨ੍ਹਾਂ ਦੀ ਇਲੈਕਸ਼ਨ 'ਚ ਇੱਕ ਵਾਰੀ ਤੁਸੀਂ ਆਡੀਓ ਬਣਾ ਕੇ ਭੇਜੀ ਸੀ ਵੀ ਇਹਨਾਂ ਨੂੰ ਵੋਟ ਪੈਣੀ ਚਾਹੀਦੀ ਆ। ਬਹੁਤ ਪਹਿਲਾਂ ਦੀ ਗੱਲ ਆ, ਪੰਜਾਬ ਦੇ ਐਮਐਲਏ ਇਲੈਕਸ਼ਨ ਦੀ ਗੱਲ ਕਰ ਰਿਹਾ ਮੈਂ। ਅੱਛਾ, ਉਹਨਾਂ ਦੇ ਘਰੇ ਇਸ ਕਰਕੇ ਗਏ ਕਿਉਂਕਿ ਉਹਨਾਂ ਕੋਲੇ ਪੁਰਾਤਨ ਹਥਿਆਰ, ਫਿਰ ਸੰਤਾਂ ਦੀਆਂ ਜਿਹੜੀਆਂ ਦਸਤਾਰਬੰਦੀ ਵੇਲੇ, ਉਸ ਵੇਲੇ ਦੀਆਂ ਯਾਦਾਂ, ਧਰਮ ਯੁੱਧ ਮੋਰਚੇ ਦੀਆਂ ਯਾਦਾਂ, ਇਹ ਸਭ ਕੁਝ ਪਿਆ ਸੀ। ਪਰ ਗੱਲ ਕਿੱਥੇ ਜੋੜੀ? ਵੇਖੋ, ਅਕਾਲੀ। ਪਹਿਲਾਂ ਕਿੱਥੇ ਜੋੜੀ ਸੀ ਗੱਲ? ਸਨੀ ਦਿਓਲ ਦੇ ਇਲੈਕਸ਼ਨ ਵੇਲੇ ਵੇਖੋ ਬੀਜੇਪੀ। ਕੱਲ ਨੂੰ ਕਾਂਗਰਸ ਵਾਲਿਆਂ ਨਾਲ ਬੈਠੇ ਹੋਵਾਂਗੇ, ਵੇਖੋ ਕਾਂਗਰਸ। ਫਿਰ ਕਿਹੜੇ ਪਾਸੇ ਜਾਵਾਂਗੇ ਆਪਾਂ? ਤੁਸੀਂ ਜੇ ਇੰਨਾ ਸ਼ੱਕ ਕਰਦੇ ਹੋ, ਇੰਨਾ ਜ਼ਿਆਦਾ ਤੁਹਾਨੂੰ ਇਸ ਗੱਲਾਂ ਤੇ ਡਾਊਟ ਹੋ ਜਾਂਦਾ, ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ, ਦੀਪ ਸਿੱਧੂ ਨਾ ਕੋਈ ਪਾਰਟੀ ਬਣਾ ਰਿਹਾ, ਨਾ ਦੀਪ ਸਿੱਧੂ ਕੋਈ ਜੁਆਇਨ ਕਰ ਰਿਹਾ। ਜੋ ਸੰਗਤ ਦਾ ਹੁਕਮ ਹੋਊਗਾ, ਜੋ ਸੰਗਤ ਹੁਕਮ ਲਾਊਗੀ, ਉਸ ਹਿਸਾਬ ਨਾਲ ਆਪਾਂ ਫੈਸਲੇ ਲਵਾਂਗੇ। ਨਾ ਮੈਂ ਉੱਥੇ ਲੀਡਰ ਬਣਨ ਗਿਆ, ਨਾ ਮੈਂ ਉੱਥੇ ਆਪਦਾ ਨਾਮ ਚਮਕਾਉਣ ਗਿਆ। ਆ ਬੈਠੇ ਆ ਜਿੱਥੋਂ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਸੀ ਬੈਠ ਕੇ, ਅੱਜ ਉੱਥੇ ਹੀ ਬੈਠਾ। ਬੜਾ ਕੁਛ ਜੇਲ੍ਹ ਚੋਂ ਬਾਹਰ ਆਉਂਦੇ ਆਪਾਂ ਬੜੇ ਡਰਾਮੇ ਕਰ ਸਕਦੇ ਸੀ, ਬਹੁਤ ਕੁਝ ਗੱਲਾਂ ਕਹਿ ਸਕਦੇ ਸੀ ਵੀ ਬਹੁਤ ਤਸੀਹੇ ਦਿੱਤੇ ਗਏ, ਦਿੱਤੇ ਵੀ ਗਏ, ਪਰ ਕੁੱਟਮਾਰ ਨਹੀਂ ਹੋਈ। ਤਸੀਹੇ ਤਾਂ ਝੱਲ ਕੇ ਹੀ ਆਏ ਆ, ਪਰ ਮੈਨੂੰ ਡਰਾਮੇ ਨਹੀਂ ਕਰਨੇ ਆਉਂਦੇ ਔਰ ਕੁੱਟਮਾਰ ਨਹੀਂ ਹੋਈ। ਇਹ ਗੱਲ ਮੈਂ ਸੱਚ ਕਿਹਾ। ਇਹ ਤਾਂ ਕੋਈ ਵੀ ਸਮਝੂਗਾ ਵੀ ਇਹ ਗੱਲ ਇਹਨਾਂ ਨੇ, ਜਿਨ੍ਹਾਂ ਬੰਦਿਆਂ ਨੇ ਪ੍ਰੈਜੁਡਿਸ ਮਨ 'ਚ ਰੱਖਣਾ ਹੁੰਦਾ ਨਾ, ਜਿਨ੍ਹਾਂ ਨੇ ਗੱਲ ਮੇਰੀ ਕਹੀ ਹੋਈ ਉਹਨੂੰ ਪੇਸ਼ ਹੀ ਗਲਤ ਢੰਗ ਨਾਲ ਕਰਨਾ, ਉਹਨੂੰ ਤੋੜਨਾ ਮਰੋੜਨਾ ਹੀ ਆ, ਉਹ ਬੰਦਿਆਂ ਨੇ ਤਾਂ ਇਹੀ ਕਹਿਣਾ, ਵੇਖਿਆ ਰੱਖਤਾ ਸੀ ਨਾ ਸਰਕਾਰ ਨੇ, ਫਿਰ ਇਹਦਾ ਸਰਕਾਰ ਦਾ ਹੱਥ ਸੀ ਉੱਥੇ। ਉਹ ਮੈਨੂੰ ਵੀ ਸਮਝ ਸੀ ਇੰਨੀ, ਪਰ ਮੇਰੇ ਤੋਂ ਨਹੀਂ ਝੂਠ ਬੋਲ ਹੁੰਦਾ। ਮੈਂ ਸਿੱਧੀ ਗੱਲ ਆ ਕੇ ਦੱਸੀ। ਔਰ ਕੱਲੇ ਮੇਰੇ ਨਾਲ ਨਹੀਂ, ਜਿੰਨੇ ਬੰਦੇ ਉਸ ਇੰਟੈਰੋਗੇਸ਼ਨ ਸੈਂਟਰ 'ਚ ਕ੍ਰਾਈਮ ਬ੍ਰਾਂਚ ਨੇ ਫੜੇ ਸੀ, ਉਹਨਾਂ ਬੰਦਿਆਂ ਨਾਲ ਕੁੱਟਮਾਰ ਨਹੀਂ ਕੀਤੀ। ਉਹਨਾਂ ਨੂੰ ਹੋਰ ਤਸੀਹੇ ਜ਼ਰੂਰ ਦਿੱਤੇ ਆ ਪੁਲਿਸ ਨੇ, ਚਾਹੇ ਇਕਬਾਲ ਤੋਂ ਪੁੱਛ ਲਓ,
ਚਾਹੇ ਬਾਬਾ ਸੁਖਦੇਵ ਸਿੰਘ ਤੋਂ ਪੁੱਛ ਲਓ, ਚਾਹੇ ਤੁਸੀਂ ਹਰਿੰਦਰ ਤੋਂ ਪੁੱਛ ਲਓ, ਚਾਹੇ ਮਨਿੰਦਰ ਤੋਂ ਪੁੱਛ ਲਓ, ਜਿਹੜੇ ਜਿਹੜੇ ਬੰਦੇ ਉੱਥੇ ਫੜੇ ਸੀ, ਕੁੱਟਮਾਰ ਹੋਈ ਆ ਸਾਡੇ ਮੁੰਡਿਆਂ ਨਾਲ। ਪਰ ਉਹ ਬੰਦੇ ਜਿਹੜੇ 27 28 ਤਰੀਕ ਨੂੰ ਫੜੇ ਗਏ, ਕਿਸੇ ਥਾਣੇ ਵਾਲੇ ਨੇ ਫੜੇ ਆ, ਉਹਨਾਂ ਨਾਲ ਹੋਈ ਆ। ਕ੍ਰਾਈਮ ਬ੍ਰਾਂਚ ਨੇ ਇਸ ਇੰਟੈਰੋਗੇਸ਼ਨ ਸੈਂਟਰ 'ਚ ਕੁੱਟਮਾਰ ਨਹੀਂ ਕੀਤੀ, ਸਾਨੂੰ ਭੁੱਖਾ ਰੱਖਿਆ, ਸਾਨੂੰ ਸੌਣ ਨਹੀਂ ਦਿੱਤਾ, ਸਾਨੂੰ ਐਡੇ ਐਡੇ ਜਮਾ ਸੈੱਲਾਂ 'ਚ ਤਾੜਿਆ, ਸਾਨੂੰ ਕਾਲ ਕੋਠੜੀਆਂ 'ਚ ਰੱਖਿਆ, ਪਰ ਸਾਡੇ ਨਾਲ ਕੁੱਟਮਾਰ ਨਹੀਂ ਹੋਈ। ਇਹ ਗੱਲ ਸੱਚੀ ਆ ਤਾਂ ਸੱਚੀ ਆ। ਅਗਲੀ ਗੱਲ ਜਿਹੜੀ ਆਪਾਂ ਕਰਨੀ ਸੀ ਵੀ ਮੈਂ ਮੋਰਚੇ 'ਚ ਕਦੋਂ ਜਾਊਂਗਾ, ਇਹ ਗੱਲ ਸਮਝਣੀ ਬੜੀ ਜ਼ਰੂਰੀ ਆ। ਮੋਰਚੇ 'ਚ ਆਪਾਂ ਪਹਿਲਾਂ 5 ਤੋਂ 6 ਮਹੀਨੇ ਰਹੇ, ਜਮਾ ਹੀ ਕੋਈ ਸਾਡੇ ਆਗੂਆਂ ਨੇ ਸਪੇਸ ਨਹੀਂ ਦਿੱਤੀ, ਔਰ ਜਦੋਂ ਕਿ ਦੇਣੀ ਬਣਦੀ ਸੀ, ਉਹਨਾਂ ਤੰਬੂਆਂ 'ਚ ਮੈਂ ਸੁੱਤਾ, ਉਹਨਾਂ ਸੜਕਾਂ ਤੇ ਮੈਂ ਬੈਠਾ, ਉੱਥੇ ਲੋਕਾਂ ਨੂੰ ਮਿਲਿਆ, ਕੋਈ ਸਪੇਸ ਮਿਲੀ? ਓਪਨ ਲੈਟਰ ਤੱਕ ਲਿਖੇ, ਕੋਈ ਸਪੇਸ ਨਹੀਂ ਮਿਲੀ। ਜੇਲ੍ਹ ਕੱਟ ਆਇਆ ਮੈਂ 3 ਮਹੀਨੇ। ਹੁਣ ਤਾਂ ਕਿਸੇ ਨੇ ਇਹ ਗੱਲ ਕਹਿਣੀ ਸੀ ਵੀ ਦੀਪ ਕੋਈ ਗੱਲ ਨਹੀਂ ਯਾਰ, ਪੁਰਾਣੇ ਵਖਰੇਵੇਂ ਹੋਣਗੇ, ਆ ਜਾ ਆਪਾਂ ਇਕੱਠੇ ਆ। ਕਿਸੇ ਨੇ ਇਹ ਗੱਲ ਨਹੀਂ ਕਹੀ। ਮੈਂ ਮੋਰਚੇ 'ਚ ਚਲਾ ਜਾਵਾਂ, ਉੱਥੋਂ ਫੇਰ ਉਹੀ ਗੱਲ ਹੋਵੇ ਵੀ ਉਧਰ ਵਾਲੇ ਲੜਨ ਆ ਜਾਣ ਤੇ ਇਧਰੋਂ ਸਾਡੇ ਵਾਲੇ ਲੜ ਪੈਣ। ਸਾਰਾ ਜਿਹੜਾ ਇਹਦਾ ਤੁਸੀਂ ਕਹਿ ਲਓ ਵੀ ਇਹਦੀ ਫੇਰ ਮੁੜ ਕੇ ਤੌਹਮਤ ਮੇਰੇ ਤੇ ਲੱਗਣੀ ਆ ਵੀ ਦੀਪ ਸਿੱਧੂ ਆਇਆ ਤੇ ਆਹ ਵੇਖ ਲਓ ਮੋਰਚੇ 'ਚ ਲੜਾਈਆਂ ਕਰਾਈ ਜਾਂਦਾ। ਇਹ ਕਿਸ ਗੱਲ ਦੀ ਗਾਰੰਟੀ ਆ ਵੀ ਉੱਥੇ ਬੜਾ ਪੀਸਫੁਲ ਰਹੂਗਾ? ਮੋਰਚਾ 26 ਤੋਂ ਬਾਅਦ ਬਦਲ ਚੁੱਕਿਆ। ਉੱਥੇ ਲੋਕ ਦੁਸ਼ਮਣੀਆਂ ਪਾਲੀ ਬੈਠੇ ਆ, ਉੱਥੇ ਮਾਈਂਡ ਪ੍ਰੈਜੁਡਿਸ ਕਰੀ ਬੈਠੇ ਆ। ਇਹ ਬੜਾ ਇੱਕ ਸੋਚ ਕੇ ਸਮਝ ਕੇ ਵਿਚਾਰ ਕੇ ਡਿਸੀਜਨ ਲੈਣਾ ਪਊਗਾ ਮੋਰਚੇ 'ਚ ਕਿਸ ਢੰਗ ਨਾਲ ਚੱਲੀਏ। ਅਗਲੀ ਗੱਲ ਵੀ ਮੈਂ ਬਹੁਤ ਵੱਡਾ ਇਕੱਠ ਕਰਕੇ ਉਧਰ ਨੂੰ ਤੁਰ ਜਾ, ਲੋਕ ਤਾਂ ਕੋਵਿਡ ਨਾਲ ਮਰੀ ਜਾਂਦੇ ਆ ਤੇ ਮੈਂ ਆਪਦਾ ਸ਼ਕਤੀ ਪ੍ਰਦਰਸ਼ਨ ਕਰਨ ਵਾਸਤੇ ਇਕੱਠ ਕਰਕੇ ਉਧਰ ਨੂੰ ਤੁਰ ਜਾ ਜਾਂ ਪੰਜਾਬ 'ਚ ਇਕੱਠ ਕਰ ਲਾਂ ਆ ਕੇ, ਇਹਦਾ ਤਾਂ ਕੋਈ ਮਤਲਬ ਨਹੀਂ ਬਣਦਾ ਨਾ। ਉਲਟਾ ਸਾਨੂੰ ਇੱਕ ਹੱਥ ਨਾਲ ਜਿਹੜਾ ਸਾਡਾ ਮੋਰਚਾ ਉਹ ਕਾਇਮ ਰੱਖਣਾ ਚਾਹੀਦਾ, ਦੂਜੇ ਹੱਥ ਨਾਲ ਸਾਨੂੰ ਜਿਹੜੀ ਮਹਾਮਾਰੀ ਆ ਉਹਦੇ ਨਾਲ ਲੜਨਾ ਚਾਹੀਦਾ। ਜੇ ਅਸੀਂ ਹਜੇ ਵੀ ਮੈਚਿਓਰ ਨਹੀਂ ਹੋਵਾਂਗੇ, ਹਜੇ ਵੀ ਜੇ ਅਸੀਂ ਨਹੀਂ ਸਿੱਖਾਂਗੇ, ਫਿਰ ਮੈਨੂੰ ਨਹੀਂ ਲੱਗਦਾ ਵੀ ਕੋਈ ਹਾਲਾਤ ਜਾਂ ਕੋਈ ਮੌਕੇ ਸਿਖਾ ਸਕਣਗੇ। ਐਡਾ ਵੱਡਾ ਇਤਿਹਾਸਕ ਅੰਦੋਲਨ, ਐਡੇ ਵੱਡੇ ਇਤਿਹਾਸਕ ਪਲ, ਕੁਝ ਪਲ ਅਸੀਂ ਇਹੋ ਜਿਹੇ ਮਾਣੇ ਜਿਹੜੇ ਸ਼ਬਦਾਂ 'ਚ ਬਿਆਨ ਨਹੀਂ ਕੀਤੇ ਜਾ ਸਕਦੇ, ਸਿਰਫ ਮਾਣੇ ਜਾ ਸਕਦੇ ਆ, ਤੇ ਹਜੇ ਵੀ ਨਹੀਂ ਸਿੱਖ ਰਹੇ ਅਸੀਂ। ਸੋ ਇਹ ਗੱਲ ਸਾਡੇ ਲਈ ਸੋਚਣੀ ਤੇ ਵਾਚਣੀ ਬੜੀ ਜ਼ਰੂਰੀ ਆ। ਅਗਲੀ ਗੱਲ ਵੀ ਇਹ ਉੱਥੇ ਇੱਕ ਰਿਲੀਜੀਅਸ ਫਲੈਗ ਚੜਾਤਾ ਜੀ, ਇਹ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਜਿਹੜਾ ਨਿਸ਼ਾਨ ਸਾਹਿਬ ਆ ਨਾ, ਉਹ ਪੰਜਾਬ ਦੇ ਲੋਕਾਂ ਦੇ ਇਮੋਸ਼ਨਸ ਨੂੰ ਅਰਾਊਜ਼ ਕਰਦਾ, ਕਲਚਰਲ ਇਮੋਸ਼ਨਸ ਨੂੰ ਵੀ ਅਰਾਊਜ਼ ਕਰਦਾ, ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨੂੰ ਰਿਪਰੈਜ਼ੈਂਟ ਕਰਦਾ, ਚਾਹੇ ਉਹ ਕਲਚਰਲ ਹੋਣ ਚਾਹੇ ਰਿਲੀਜੀਅਸ ਹੋਣ। ਲੋਕ ਆਪਦੇ ਸਿੰਬਲਸ ਦੇ ਨਾਲ ਲੜਦੇ ਹੁੰਦੇ ਆ, ਉਹ ਸਿੰਬਲਸ ਦੇ ਅਧੀਨ ਹੀ ਲੋਕ ਅੰਦੋਲਨ ਕਰਦੇ ਹੁੰਦੇ ਆ। ਇਸੇ ਕਰਕੇ ਸਾਡੇ ਤੰਬੂਆਂ ਤੇ, ਸਾਡੇ ਟਰੈਕਟਰਾਂ ਤੇ, ਸਾਡੇ ਤੁਸੀਂ ਉੱਥੇ ਦੇਖ ਲਓ ਈਵਨ ਕਾਰਾਂ ਤੇ, ਜੀਪਾਂ ਤੇ ਨਿਸ਼ਾਨ ਸਾਹਿਬ ਲੱਗੇ ਹੁੰਦੇ ਸੀ, ਕਿਸਾਨੀ ਝੰਡੇ ਲੱਗੇ ਹੁੰਦੇ ਸੀ, ਜਾਂ ਤਿਰੰਗੇ ਲੱਗੇ ਹੁੰਦੇ ਸੀ। ਹਰਿਆਣੇ ਵਾਲੇ ਤਿਰੰਗੇ ਲੈ ਕੇ ਆ ਜਾਂਦੇ, ਉਹਨਾਂ ਕੋਲੇ ਤਾਂ ਕੋਈ ਕਲਚਰਲ ਆਪਦਾ ਸਿੰਬਲ ਹੈ ਨਹੀਂ। ਸਾਡੇ ਕੋਲੇ ਆਪਦਾ ਕਲਚਰਲ ਤੇ ਰਿਲੀਜੀਅਸ ਸਿੰਬਲ ਨਿਸ਼ਾਨ ਸਾਹਿਬ ਹੀ ਹੈ ਨਾ। ਸੋ ਨਿਸ਼ਾਨ ਸਾਹਿਬ ਨੂੰ ਜਾਂ ਪੰਜਾਬ ਦੇ ਰਿਲੀਜਨ ਨੂੰ ਕਲਚਰ ਤੋਂ ਤੁਸੀਂ ਵੱਖ ਕਰ ਹੀ ਨਹੀਂ ਸਕਦੇ। ਇਹ ਇੰਨਾ ਇੰਟਰਮਿੰਗਲ ਆ, ਇਹਨੂੰ ਕੱਲਾ ਰਿਲੀਜੀਅਸ ਫਲੈਗ ਕਹਿ ਦੇਣਾ ਇਹਦਾ ਬਹੁਤ ਵੱਡੀ ਤੁਹਾਡੀ ਬੇਵਕੂਫੀ ਆ। ਪੰਜਾਬ ਦਾ ਕਲਚਰ, ਮੈਨੂੰ ਇੱਕ ਗੱਲ ਦੱਸੋ, ਨਿਸ਼ਾਨ ਸਾਹਿਬ ਤੋਂ ਬਿਨਾ ਕਲਪਿਆ ਜਾ ਸਕਦਾ? ਕੋਈ ਕਹਿ ਸਕਦਾ ਵੀ ਪੰਜਾਬ ਦਾ ਕਲਚਰ ਨਿਸ਼ਾਨ ਸਾਹਿਬ ਤੋਂ ਬਿਨਾ ਕਲਪਿਆ ਜਾਂਦਾ? ਇੱਕ ਵਾਰੀ ਰਾਜੇਵਾਲ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਵੀ ਨਿਸ਼ਾਨ ਸਾਹਿਬ ਨਾ ਲਾਓ, ਉਹਨਾਂ ਨੂੰ ਉਹ ਸਟੇਟਮੈਂਟ ਵਾਪਸ ਲੈਣੀ ਪੈ ਗਈ ਸੀ, ਮਾਫੀ ਮੰਗਣੀ ਪੈ ਗਈ ਸੀ। ਕਿਉਂ? ਕਿਉਂਕਿ ਸਾਡੀ ਜ਼ਿੰਦਗੀ ਦੀ ਜਿਹੜੀ ਕਹਿ ਲਓ ਫਲਸਫੇ ਆ, ਸਾਡੀ ਜ਼ਿੰਦਗੀ ਦਾ ਰੌਂ ਆ ਪੰਜਾਬੀਆਂ ਦਾ, ਸਾਡਾ ਕਲਚਰ ਆ, ਸਾਡਾ ਰਿਲੀਜਨ ਆ, ਉਹ ਰਿਪਰੈਜ਼ੈਂਟ ਹੀ ਨਿਸ਼ਾਨ ਸਾਹਿਬ ਕਰਦਾ। ਸੋ ਇਹਨੂੰ ਕੱਲਾ ਰਿਲੀਜੀਅਸ ਫਲੈਗ ਕਹਿ ਦੇਣਾ ਇਹ ਸਾਡੀ ਬੇਵਕੂਫੀ ਆ। ਫਿਰ ਅਸੀਂ ਦਿੱਲੀ ਨੂੰ ਜਦੋਂ ਤੁਰੇ ਉਦੋਂ ਕਿਉਂ ਨਿਸ਼ਾਨ ਸਾਹਿਬ ਲੈ ਕੇ ਤੁਰੇ? ਫਿਰ ਸਾਡੇ ਤੰਬੂਆਂ ਤੇ ਨਿਸ਼ਾਨ ਸਾਹਿਬ ਕਿਉਂ ਹੁੰਦਾ ਸੀ? ਸਾਡੇ ਟਰੈਕਟਰਾਂ ਤੇ ਕਿਉਂ ਹੁੰਦਾ ਸੀ? ਸੋ ਯਾਰ ਤੁਸੀਂ ਹੁਣ ਸਾਡੇ ਨਿਸ਼ਾਨ ਸਾਹਿਬ ਤੋਂ ਮੁਨਕਰ ਹੋ ਜਾਓਗੇ। ਇਦੋਂ ਵੱਡੀ ਸਾਡੇ ਲਈ ਮੇਰੇ ਖਿਆਲ 'ਚ ਆਪਦੇ ਆਪ ਨੂੰ ਇਹ ਕਹਿਣਾ ਵੀ ਅਸੀਂ ਕਲਚਰਲੀ ਰਿਪਰੈਜ਼ੈਂਟ ਨਹੀਂ ਕਰ ਸਕਦੇ, ਇਹ ਤਾਂ ਉਹ ਗੱਲ ਹੋ ਜਾਂਦੀ ਆ। ਇਦੋਂ ਵੱਡੀ ਹੋਰ ਅਸੀਂ ਆਪਦੇ ਆਪ ਨੂੰ ਕੀ ਗਾਲ ਕੱਢ ਸਕਦੇ ਹਾਂ? ਸੋ ਆਪਦੀ ਜਿਹੜੀ ਇਸ ਐਡਾ ਵੱਡਾ ਨੈਰੇਟਿਵ ਸਰਕਾਰ ਨੇ ਤਾਂ ਸਿਰਜਣਾ ਹੀ ਸੀ,
ਪਰ ਸਾਡੇ ਬੰਦਿਆਂ ਨੇ ਵੀ ਸਿਰਜਿਆ ਵੀ ਨਿਸ਼ਾਨ ਸਾਹਿਬ ਦੀ ਕੀ ਲੋੜ ਸੀ। ਨਹੀਂ, ਉੱਥੇ ਰਿਲੀਜਨ ਦੇ ਤੌਰ ਤੇ ਨਿਸ਼ਾਨ ਸਾਹਿਬ ਨਹੀਂ ਲਾਇਆ ਸੀ। ਉੱਥੇ ਨਿਸ਼ਾਨ ਸਾਹਿਬ ਉਸ ਕਲਚਰ ਦਾ ਪ੍ਰਤੀਕ ਸੀ ਜਿਹਨੂੰ ਉਹ ਰਿਪਰੈਜ਼ੈਂਟ ਕਰਦਾ। ਕਿਸਾਨੀ ਝੰਡਾ ਕਿਸਾਨੀ ਦਾ ਪ੍ਰਤੀਕ ਸੀ ਤੇ ਤਿਰੰਗਾ ਉੱਥੇ ਇਸ ਦੇਸ਼ ਦਾ ਪ੍ਰਤੀਕ ਸੀ। ਤਿੰਨੇ ਲੱਗੇ ਹੋਏ ਸੀ। ਅਗਲੀ ਗੱਲ, ਮੈਂ 26 ਨੂੰ 11 ਵਜੇ ਕਿਉਂ ਉੱਠਿਆ? ਬਹੁਤ ਸਾਡੇ ਬੰਦੇ ਇਹ ਕਹਿੰਦੇ ਬਾਈ ਤੂੰ 11 ਵਜੇ ਉੱਠਿਆ ਯਾਰ, ਅਸੀਂ ਤਾਂ ਬਹੁਤ ਸਵੇਰੇ ਹੀ ਤੁਰ ਗਏ ਸੀ। 26 ਤਰੀਕ ਨੂੰ ਸਵੇਰੇ 7:30 ਵਜੇ ਜਾ ਕੇ ਸੁੱਤਾ, ਕਿਉਂਕਿ 24 ਤਰੀਕ ਨੂੰ ਨਹੀਂ ਸੁੱਤਾ ਸੀ, 25 ਤਰੀਕ ਨੂੰ ਨਹੀਂ ਸੁੱਤਾ ਸੀ। 25 ਦੀ ਸਾਰੀ ਰਾਤ, ਪਹਿਲਾਂ ਤਾਂ ਤੁਸੀਂ ਮੇਰਾ ਲਾਈਵ ਦੇਖ ਲਿਓ, 2:30 ਵਜੇ ਤਾਂ ਮੈਂ ਲਾਈਵ ਕਰਕੇ ਗਿਆ ਮੋਰਚੇ ਚੋਂ। ਉਦੋਂ ਬਾਅਦ 4 ਘੰਟੇ, ਕਿਉਂਕਿ ਉੱਥੋਂ ਲੰਘਣ ਦੀ ਜਗ੍ਹਾ ਨਹੀਂ ਸੀ, ਡਰਾਈਵ ਕਰਕੇ ਉਸ ਜਿਹੜੇ ਢਾਬੇ ਤੇ ਮੈਂ ਜਾ ਕੇ ਸੁੱਤਾ ਉੱਥੇ ਜਾ ਕੇ ਪਹੁੰਚੇ ਆ। 6:30 ਪੌਣੇ 7 ਪਹੁੰਚੇ ਆ। ਮੈਂ ਗਿਆ, ਨਹਾਤਾ, ਨਹਾ ਕੇ ਸੁੱਤਾ, 7:30 26 ਨੂੰ ਸਵੇਰੇ ਸੁੱਤਾ ਤੇ 2-3 ਘੰਟੇ ਸੌਂ ਕੇ ਉੱਠ ਖੜਾ ਵੀ ਇਸ ਤੋਂ ਬਾਅਦ ਆਪਾਂ ਜਾ ਕੇ ਟਰੈਕਟਰ ਰੈਲੀ 'ਚ ਪਾਰਟ ਲੈਣਾ। ਉਦੋਂ ਤੱਕ ਮੈਨੂੰ ਕੁਝ ਨਹੀਂ ਪਤਾ ਸੀ ਕੀ ਹੋ ਰਿਹਾ। ਜਦੋਂ ਉੱਠਿਆ ਉਦੋਂ ਪਤਾ ਲੱਗਿਆ ਵੀ ਬੈਰੀਕੇਡ ਟੁੱਟ ਚੁੱਕੀ ਆ। ਸਾਡੇ ਬੰਦੇ ਤਾਂ ਹੁਣ ਜਿਹੜਾ ਕਰਨਾਲ ਬਾਈਪਾਸ ਤੋਂ ਅੱਗੇ ਲੰਘ ਗਏ ਆ। ਉਦੋਂ ਅੱਧੇ ਘੰਟੇ ਬਾਅਦ ਪਤਾ ਚੱਲਿਆ ਵੀ ਇਹ ਤਾਂ ਲਾਲ ਕਿਲੇ ਨੂੰ ਤੁਰ ਗਏ ਆ। ਔਰ ਉੱਥੇ ਸਾਡੇ ਹੋਰ ਲੀਡਰ ਆ ਕੰਵਰ ਵਰਗੇ ਆਪਣੇ ਜਿਹੜੇ ਕਹਿੰਦੇ ਸੀ ਪੇਚਾ ਪੈ ਗਿਆ ਸੈਂਟਰ ਨਾਲ, ਬਾਅਦ ਚ ਸਭ ਇੱਧਰ ਉੱਧਰ ਹੋ ਗਏ, ਇਹ ਸਭ ਪਹੁੰਚੇ ਆ। ਪਰ ਕੋਈ ਨਹੀਂ ਮੰਨਦਾ। ਕਿੰਨੇ ਬੰਦੇ ਉੱਥੇ, ਲੱਖਾਂ ਬੰਦੇ ਪਹੁੰਚੇ, ਕੋਈ ਨਹੀਂ ਬੋਲਿਆ। ਇਹ ਤਾਂ ਬਾਈ ਤੁਸੀਂ ਆਪਦੀ ਜ਼ਮੀਰ ਤੋਂ ਸਵਾਲ ਪੁੱਛੋ, ਮੇਰੇ ਤੋਂ ਇਸ ਗੱਲ ਦਾ ਸਵਾਲ ਨਾ ਪੁੱਛੋ। ਮੈਂ ਤਾਂ ਕੱਲਾ ਬੋਲਿਆ ਨਾ, ਉਦੋਂ ਬਾਅਦ ਵੀ ਖੜਾ ਰਿਹਾ। ਪਰ ਜਿਹੜੇ ਉੱਥੇ ਗਏ ਸੀ, ਜਿਨ੍ਹਾਂ ਨੇ ਉਹ ਪਲ ਮਾਨਿਆ, ਉਹ ਵੀ ਆਪਦੀਆਂ ਫੋਟੋਆਂ ਡਿਲੀਟ ਕਰ ਗਏ। ਉਹਨਾਂ ਬੰਦਿਆਂ ਨੇ ਵੀ ਆਵਾਜ਼ ਨਹੀਂ ਚੱਕੀ। ਇਹ ਤਾਂ ਆਪਦੀ ਜ਼ਮੀਰ ਤੋਂ ਪੁੱਛੋ, ਮੇਰੇ ਤੋਂ ਨਾ ਪੁੱਛੋ। ਅਗਲੀ ਗੱਲ, ਵੀ ਪੁਲਿਸ ਤੋਂ ਕੁੱਟ ਕਿਉਂ ਨਹੀਂ ਪਈ? ਹੁਣ ਪੁਲਿਸ ਨੂੰ ਮੈਂ ਇਹ ਕਹਾਂ ਵੀ ਮੈਨੂੰ ਕੁੱਟੋ, ਨਹੀਂ ਤਾਂ ਸਾਡੇ ਬੰਦਿਆਂ ਨੇ ਮੈਨੂੰ, ਬਈ ਇਹ ਤਾਂ ਵਿਸ਼ਵਾਸ ਨਹੀਂ ਕਰਨਾ, ਇਹਨਾਂ ਨੇ ਤਾਂ ਮੈਨੂੰ ਇਹੀ ਗੱਲ ਕਹਿ ਦੇਣੀ ਹੈ ਇਹ ਬੀਜੇਪੀ ਦਾ। ਮੇਰੇ ਤੋਂ ਇਹੋ ਜਿਹੇ ਡਰਾਮੇ ਨਹੀਂ ਹੁੰਦੇ। ਬਾਹਰ ਆ ਕੇ ਇਹ ਗੱਲ ਕਹਿਣੀ ਬੜੀ ਸੌਖੀ ਸੀ ਵੀ ਪੁਲਿਸ ਨੇ ਤਾਂ ਮੇਰੇ ਕੁੱਟ-ਕੁੱਟ ਬੰਬਲੀ ਬਣਾਤੀ, ਜਾਂ ਬਾਈ ਉਹਨਾਂ ਨੇ ਬਹੁਤ ਕੁੱਟਿਆ। ਇਹ ਗੱਲ ਬੜੀ ਸੌਖੀ ਸੀ। ਔਰ ਜਦੋਂ ਮੈਂ ਅੰਦਰ ਗਿਆ, ਬਹੁਤ ਲੋਕਾਂ ਨੇ ਇਹ ਗੱਲ, ਮੇਰੇ ਖਿਆਲ 'ਚ ਇਹ ਬਹੁਤ ਲੋਕਾਂ ਨੇ ਅੰਡਰਸਟੈਂਡ ਆਈ ਕੀਤਾ ਵੀ ਹੁਣ ਦੀਪ ਸਿੱਧੂ ਨੇ ਪਤਾ ਨਹੀਂ ਕਿੰਨੇ ਕੁ ਫਸਾ ਦੇਣੇ ਆ। ਪਰ ਦੀਪ ਸਿੱਧੂ ਆਪ ਜਿੰਨੇ ਝੱਲ ਗਿਆ, ਉਹ ਤੁਸੀਂ ਇਹ ਝੱਲ ਗਿਆ, ਕਿਸੇ ਨੂੰ ਫਸਾਇਆ। ਦੀਪ ਸਿੱਧੂ ਨੇ ਕਿਸੇ ਬੰਦੇ ਦਾ ਨਾਂ ਲਿਆ। ਦੀਪ ਸਿੱਧੂ ਜਿੰਨੀ ਕੁ ਹਿੰਮਤ ਸੀ, ਉਹ ਹਿੰਮਤ ਦੇ ਨਾਲ ਆਪਦੀ ਲੀਗਲ ਲੜਾਈ ਵੀ ਲੜੀ ਤੇ ਆਪਦੀ ਮੋਰਲ ਲੜਾਈ ਵੀ ਲੜੀ, ਤੇ ਉਹ ਲੜ ਕੇ ਬਾਹਰ ਆ ਗਿਆ। ਕਿਉਂ? ਦੀਪ ਸਿੱਧੂ ਇੱਕ ਕੁਆਲੀਫਾਈਡ ਲਾਇਰ ਆ। ਉਹਨੂੰ ਇਹ ਵੀ ਪਤਾ ਸੀ ਵੀ ਜੇ ਜ਼ਮਾਨਤ ਲੈਣੀ ਆ ਤਾਂ ਅਸੀਂ ਆਪਦੀ ਲੀਗਲ ਲੜਾਈ ਜਿਹੜੀ ਇਹ ਕਾਨੂੰਨ ਦੇ ਦਾਇਰੇ 'ਚ, ਵਿਦਨ ਦਾ ਫਰੇਮਵਰਕ ਆਫ ਦਿਸ ਲਾਅ ਲੜਨੀ ਆ, ਤਾਂ ਉਹ ਕਿਵੇਂ ਲੜਨੀ ਆ। ਕੋਈ ਤਾਂ ਮੇਰੇ ਖਿਲਾਫ ਐਵੀਡੈਂਸ ਦਿਖਾਉਂਦੇ। ਇਹ ਤਾਂ ਐਸਟੈਬਲਿਸ਼ ਗੱਲ ਹੋ ਗਈ ਵੀ ਨਾ ਤਾਂ, ਔਰ ਕੋਰਟ ਨੇ ਕਲੀਅਰ ਕੱਟ, ਤੁਸੀਂ ਤਿੰਨੇ ਆਰਡਰ ਪੜ੍ਹ ਲਓ, ਤਿੰਨਾਂ ਆਰਡਰ 'ਚ ਇਹ ਕੋਰਟ ਨੇ ਕਲੀਅਰ ਕੱਟ ਲਿਖਿਆ ਵੀ ਨਾ ਉਹ ਵਾਇਲੈਂਸ 'ਚ ਸੀ, ਨਾ ਉਹਨੇ ਕਿਸੇ ਨੂੰ ਭੜਕਾਇਆ, ਨਾ ਇਸ ਬੰਦੇ ਨੇ ਕੋਈ ਕੌਨਸਪੀਰੇਸੀ ਕੀਤੀ ਆ। ਇਹ ਤਾਂ ਉੱਥੇ ਖੜਾ ਸੀ, ਇਹ ਤਾਂ ਉੱਥੇ ਮੌਜੂਦ ਸੀ, ਇਹਨੇ ਤਾਂ ਉੱਥੇ ਐਕਚੁਅਲੀ ਪੀਸਫੁਲ ਪ੍ਰੋਟੈਸਟਰ ਸੀ। ਔਰ ਇਹਨੂੰ ਸਕੇਪਗੋਟ ਬਣਾਇਆ ਜਾ ਰਿਹਾ। ਇਹਦੇ ਸਿਰ ਤੇ ਭਾਂਡਾ ਸਾਰਾ, ਉਹ ਕਹਿ ਲਓ ਵੀ ਇਹਦੇ ਸਿਰ ਤੇ ਭੰਨਿਆ ਜਾ ਰਿਹਾ। ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ। ਔਰ ਅਸੀਂ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਕਹਿਣਾ, ਇਹ ਕੋਈ ਭੜਕਾਊ ਗੱਲ ਨਹੀਂ ਆ। ਜਿਨ੍ਹਾਂ ਗੱਲਾਂ ਤੇ ਸਾਨੂੰ ਡਰਾਇਆ ਜਾਂਦਾ, ਉਹਨਾਂ ਗੱਲਾਂ ਨੂੰ ਵਿੱਚ ਪਾ ਕੇ ਆਰਡਰ ਲੈ ਕੇ ਆਇਆ ਮੈਂ। ਇਹ ਤੁਸੀਂ ਮੇਰੇ ਤਿੰਨੇ ਆਰਡਰ ਪੜ੍ਹ ਲਓ, ਤੁਹਾਡੇ ਸਾਹਮਣੇ ਆ ਜਾਊਗੀ। ਜੇ ਡਿਨਾਈ ਕਰਦੇ ਬੇਲ, ਤਾਂ ਕਿਸ ਬਣਾ ਤੇ ਕਰਦੇ? ਕੋਈ ਤਾਂ ਉਹਨਾਂ ਕੋਲੇ, ਜਿਹੜੀ ਤੁਸੀਂ ਕਹਿੰਦੇ ਹੋ, ਕੋਈ ਤਾਂ ਆਧਾਰ ਹੁੰਦਾ ਬੇਲ ਡਿਨਾਈ ਕਰਨ ਦਾ, ਕੁਛ ਤਾਂ ਐਵੀਡੈਂਸ ਦਿਖਾਉਂਦੇ, ਪਰ ਕੁਛ ਨਹੀਂ ਆ। ਸੋ ਇਸ ਕਰਕੇ ਜਿਹੜੀ ਕਾਨੂੰਨੀ ਲੜਾਈ ਆ, ਉਹ ਬੀਇੰਗ ਅ ਲਾਇਰ ਅਸੀਂ ਬੜੇ ਪਰਪੱਕ ਤਰੀਕੇ ਨਾਲ ਲੜੀ ਆ, ਜਿੱਥੇ ਅਸੀਂ ਇਹ ਵੀ ਸੋਚਿਆ ਵੀ ਮੋਰਲੀ ਵੀ ਠੀਕ ਰਹੀਏ, ਕਿਤੇ ਇਹ ਨਾ ਹੋਵੇ ਕਾਨੂੰਨੀ ਲੜਾਈ ਅਸੀਂ ਜਿੱਤ ਜਾਈਏ ਪਰ ਮੋਰਲ ਜਿਹੜੀ ਲੜਾਈ ਆ ਉਹ ਅਸੀਂ ਹਾਰ ਜਾਈਏ। ਅਗਲੀ ਗੱਲ, ਇਦੋਂ ਬਾਅਦ ਲਾਈਫ ਕੀ ਆ ਮੇਰੀ? ਲਾਈਫ ਇਹ ਆ ਵੀ ਮੈਂ ਬੰਬਈ ਬੈਠਾ, ਇੱਥੇ ਲੋਕਾਂ ਨੇ ਮੈਨੂੰ ਇਹ ਮੰਨ ਲਿਆ ਵੀ ਇਹ ਤਾਂ ਕੋਈ ਐਂਟੀ ਨੈਸ਼ਨਲ ਜਾਂ ਟੈਰਰਿਸਟ ਬੰਦਾ। ਮੇਰੇ ਫੋਨ ਨਹੀਂ ਚੱਕਦੇ, ਮੇਰੀ ਫਿਲਮ ਦੀ ਡੀਲ ਕੈਂਸਲ ਕਰਤੀ। ਜਿਹੜੇ ਬੰਦਿਆਂ ਨੂੰ, ਜਿਹੜੇ ਆਪਾਂ ਤੁਸੀਂ ਕਹਿ ਲਓ ਉਹ ਜ਼ੀ ਦੇ ਬਿਹਾਫ ਤੇ ਉਹਨਾਂ ਨੇ ਖਰੀਦੀ ਸੀ, ਜ਼ੀ ਜਿਹੜਾ ਪੰਜਾਬੀ ਚੈਨਲ ਆ, ਜੋਰਾ ਦਾ ਸੈਕੰਡ ਚੈਪਟਰ, ਉਹਨਾਂ ਨੇ ਉਹ ਵੀ ਕੈਂਸਲ ਕਰਤੀ। ਜਿਹੜਾ ਹੋਰ ਕੋਈ 1-2 ਫਿਲਮਾਂ ਦੀਆਂ ਡੀਲਾਂ ਸੀ ਉਹ ਵੀ ਕੈਂਸਲ ਹੋ ਗਈਆਂ। ਦੀਪ ਸਿੱਧੂ ਨੇ ਕਿਸੇ ਤੋਂ ਦੁਆਨੀ ਨਹੀਂ ਲਈ। ਦੀਪ ਸਿੱਧੂ
ਕਾਨੂੰਨੀ ਲੜਾਈ 'ਚ ਵੀ ਆਪਦੇ ਇੱਕ ਦੋ ਭਰਾਵਾਂ ਦੇ ਨਾਲ ਰਲ ਰੁਲ ਕੇ ਪੈਸੇ ਇਕੱਠੇ ਕਰਕੇ ਆਪਾਂ ਜਿਵੇਂ ਕਿ ਕੁਝ ਕਰਿਆ ਆਏ ਆ। ਅੱਜ ਮੇਰੇ ਕੋਲੇ ਤੁਸੀਂ ਮਟੀਰੀਅਲਿਸਟਿਕਲੀ ਜਾਂ ਤੁਸੀਂ ਇਹ ਗੱਲ ਕਹਿ ਦਿਓ ਵੀ ਆਹ ਮੈਂ ਗੱਲ ਖੱਟ ਲਈ, ਸਿਰਫ ਖੱਟਿਆ ਤਾਂ ਤੁਹਾਡਾ ਪਿਆਰ ਖੱਟਿਆ, ਤੁਹਾਡੀਆਂ ਅਰਦਾਸਾਂ ਖੱਟੀਆਂ, ਇਦੋਂ ਜ਼ਿਆਦਾ ਹੋਰ ਮੇਰੇ ਕੋਲੇ ਨਿੱਜ ਜੇ ਮੈਂ ਕੁਝ ਖੱਟਿਆ ਤਾਂ ਕੁਝ ਨਹੀਂ ਖੱਟਿਆ। ਇੱਥੇ ਬੰਬੇ ਜਾਂ ਮੁੰਬਈ 'ਚ ਮੈਂ ਕੱਲਾ ਹੋ ਗਿਆ, ਜਿਹੜੇ ਪੁਰਾਣੇ ਰਿਸ਼ਤੇ ਸੀ ਉਹ ਖਤਮ ਹੋ ਗਏ ਆ, ਮੈਨੂੰ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਪਊਗੀ, ਇੱਕ ਨਵੀਂ ਸਟਰਗਲ ਲੜਨੀ ਪਊਗੀ। ਅੱਜ ਮੇਰੇ ਕੋਲੇ ਫਿਲਮਾਂ ਦੇ ਆਧਾਰ ਤੇ ਕੋਈ ਕੰਮ ਨਹੀਂ ਆ, ਪਰ ਕੋਈ ਨਹੀਂ, ਫਿਲਮਾਂ ਵੀ ਬਣਾਵਾਂਗੇ, ਬੜੀ ਛੇਤੀ ਅਨਾਉਂਸ ਕਰਾਂਗੇ। ਔਰ ਈਵਨ ਤੁਸੀਂ ਇਹ ਕਹਿ ਲਓ ਵੀ ਬਾਕੀ ਜੇ ਕੋਈ ਮੈਂ ਕੰਮ ਕਰਦਾ ਸੀ ਮਾੜਾ ਮੋਟਾ ਆਪਦੀ ਲੀਗਲ ਪ੍ਰੈਕਟਿਸ ਦਾ, ਉਹ ਵੀ ਸਭ ਬੰਦ ਆ। ਸੋ ਅੱਜ ਦੀ ਡੇਟ 'ਚ ਇੱਕ ਨਵੀਂ ਜ਼ਿੰਦਗੀ ਮੈਨੂੰ ਸ਼ੁਰੂ ਕਰਨੀ ਪੈਣੀ ਆ। ਦਿਸ ਇਜ਼ ਮਾਈ ਅਚੀਵਮੈਂਟ। ਕਿਉਂ ਕੀਤਾ ਮੈਂ ਇਹ? ਮੈਨੂੰ ਇਹਦਾ ਕੋਈ ਪਛਤਾਵਾ ਨਹੀਂ ਆ, ਕਿਉਂਕਿ ਮੈਂ ਆਪਦੇ ਲੋਕਾਂ ਨਾਲ ਇਸ਼ਕ ਕਰਦਾ, ਮੈਂ ਆਪਦੀ ਮਿੱਟੀ ਨਾਲ ਇਸ਼ਕ ਕਰਦਾ। ਇਸ ਕਰਕੇ ਅਗਲੀ ਗੱਲ, ਕੁਝ ਲੋਕ ਮੇਰੀਆਂ ਕਹੀਆਂ ਗੱਲਾਂ ਨੂੰ, ਜਿਵੇਂ ਮੈਂ ਪਹਿਲਾਂ ਕਿਹਾ, ਤੋੜ ਮਰੋੜ ਕੇ ਪੇਸ਼ ਕਰਦੇ ਆ। ਉਹਨਾਂ ਦੇ ਮਨ 'ਚ ਤਾਂ ਇਹ ਪ੍ਰੈਜੁਡਿਸ ਆ, ਉਹਨਾਂ ਦੇ ਮਨ 'ਚ ਤਾਂ ਇਹ ਗੱਲ ਹੀ ਐ ਪਈ ਆ ਵੀ ਉਹਨਾਂ ਨੇ ਗੱਲ ਕਹੀ ਹੋਈ ਕਿਸੇ ਉਲਟ ਢੰਗ 'ਚ ਹੀ ਲੈਣੀ ਆ ਤੇ ਪੇਸ਼ ਕਰਨੀ ਆ। ਬਈ ਉਹਨਾਂ ਨੂੰ ਸਫਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ। ਹੁਣ ਮੈਂ ਵਾਰ-ਵਾਰ ਆ ਕੇ ਸਫਾਈਆਂ ਨਹੀਂ ਦੇ ਸਕਦਾ। ਜੇ ਤੁਸੀਂ ਮੈਨੂੰ ਆਪਦਾ ਮੰਨਦੇ ਹੋ ਤਾਂ ਠੀਕ ਆ, ਜੇ ਨਹੀਂ ਵੀ ਮੰਨਦੇ ਤਾਂ ਵੀ ਠੀਕ ਆ, ਸਿਰ ਮੱਥੇ ਤੁਹਾਡਾ, ਸੰਗਤ ਦਾ ਹੁਕਮ ਸਿਰ ਮੱਥੇ। ਮੇਰੇ ਵੱਲੋਂ ਤਾਂ ਹਮੇਸ਼ਾ ਹੀ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸੰਘਰਸ਼ ਲਈ ਮੈਂ ਇਹ ਕਹੂੰਗਾ ਵੀ ਏਕਾ ਰੱਖ ਕੇ ਚੱਲੋ, ਇਕੱਠੇ ਹੋ ਕੇ ਚੱਲੋ, ਬੜਾ ਕੁਝ ਕੀਤਾ ਜਾ ਸਕਦਾ, ਹਜੇ ਵੀ ਮੌਕਾ। ਤੇ ਬਾਕੀ ਤੁਸੀਂ ਆਪ ਸਿਆਣੇ ਹੋ, ਇੰਨੀਆਂ ਕਿ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਜਿਉਂਦੇ ਵਸਦੇ ਰਹੋ, ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ। ਸਤਿ ਸ੍ਰੀ ਅਕਾਲ ਜੀ।